ਜੀ ਰਿਚ ਢਿੱਲੋਂ ਜੀ ਕਰੋ ਕਰ ਲਓ ਗੱਲ ਹੁਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਤੇ ਮਾਰਚਾਂ ਤੇ ਸਾਨੂੰ 4 ਸਾਲ ਹੋਏ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਆ। ਮੈਂ ਤੇ ਇੱਕ ਗੱਲ ਕਹਿਣੀ ਚਾਹੁੰਦਾ ਹੈ ਕਿ ਭਗਤ ਭਗਉਤੀ ਸਾਜ ਕੇ ਇਹ ਫਿਰ ਤਾਂ ਗੁਰੂ ਸਾਹਿਬ ਜੀ ਨੇ ਅਸਲੀ ਜਿਹੜੀ ਸਿੱਖੀ ਬਾਅਦ ਚ ਸ਼ੁਰੂ ਕੀਤੀ ਸੀ। ਤੇ ਅੱਜ ਕੱਲ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਸਾਰੇ ਦੇਸ਼ ਦੁਨੀਆ ਚ ਕੇਸਾਂ ਧਾਰੀ ਸਿੰਘ ਜਿਹੜੇ ਛਤਰੀ ਨਹੀਂ ਹੈ ਨਾ, ਉਹ 1700 ਦੇ ਹਿਸਾਬ ਨਾਲ ਹਿੰਦੂ ਆ। ਪੰਜਾਬ ਦੇ ਵਿੱਚ 1700 ਦੇ ਵਿੱਚ ਦੇ ਸਮੇਂ ਚ ਹਿੰਦੂ ਵੀ ਕੇਸ ਰੱਖਦੇ ਸੀ ਤੇ ਪਗੜੀ ਬੰਨਦੇ ਸੀ, ਪਰ ਉਹ ਛਤਰੀ ਨਹੀਂ ਸੀ। ਠੀਕ ਹੈ ਜੀ, ਛਤਰੀਪਣਾ ਸਾਡੇ ਚੋਂ ਕੱਢਿਆ ਗਿਆ ਵਾ। ਅੜੀਆਂ ਤਿੱਖੀਆਂ ਤਿੱਖੀਆਂ ਬੰਨਣੀਆਂ ਇਹ ਵੀ ਅੰਗਰੇਜ਼ਾਂ ਦੀ ਨਿਸ਼ਾਨੀ ਆ। ਜਿਹੜਾ ਸਾਡਾ ਪਰਨਾ ਦਮਾਲਾ ਤੇ ਉਹਦੇ ਵਿੱਚ ਕੜੇ ਪਾਏ ਜਾਂਦੇ ਸੀ, ਇਹ ਸਾਡਾ ਹੁੰਦਾ ਸੀ ਇੱਕ ਤੇ ਤਾਜ ਤੇ ਇੱਕ ਆ ਸਾਡਾ ਹੈਲਮਟ, ਜਿਹੜਾ ਸਿਰ ਤੇ ਕਿਰਪਾਨ ਵੱਜਦੀ ਸੀ, ਵਾਰ ਨਹੀਂ ਗਾੜੀ ਜਾਂਦਾ ਸੀ। ਠੀਕ ਹੈ ਜੀ, ਪਹਿਲਾਂ ਇਹ ਸਮਝੋ, ਪਹਿਲਾਂ ਧਰਮ ਵੱਲ ਜਾਓ, ਧਰਮ ਨੂੰ ਸਮਝੋ। ਇਹ ਚਿੱਟੇ ਚਾਦਰੇ ਪਾਉਣ ਵਾਲੇ ਬਾਬਿਆਂ ਨੇ ਨਹੀਂ ਸਮਝਾਉਣਾ। ਬਾਈ ਦੇ ਸੱਚ ਖੋਜ ਵਾਲੇ ਤਾਂ ਨਹੀਂ ਹੈਗੇ ਯਾਰ। ਭਾਜੀ ਮੈਂ ਨਾ ਇੱਕ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਸੀ। ਚਲੋ ਤੁਸੀਂ ਥੱਲੇ ਚਲ ਗਏ, ਘਲਾਏ ਗਏ। ਜੋ ਇਹ ਜਿਹੜਾ ਤੁਸੀਂ ਸਵਾਲ ਕੀਤਾ ਸਭ ਤੋਂ ਵੱਡੀ ਬੇਵਕੂਫੀ ਹੈ ਤੁਹਾਡੀ। ਤੁਸੀਂ ਸਟੇਜ ਤੇ ਆਏ ਤੇ ਆਪਣੀ ਮੂਰਖਤਾ ਦਾ ਪ੍ਰਗਟਾਵਾ ਕੀਤਾ ਆ ਕੇ। ਜਿਹੜੀ ਗੱਲ ਹੀ ਅਸੀਂ ਲੜ ਰਹੇ ਹਾਂ ਕਿ ਸਾਡੇ ਕੋਲੋਂ ਇਨਵਾਇਰਮੈਂਟ ਨਹੀਂ ਦਿੱਤਾ ਜਾ ਰਿਹਾ ਜਿੱਥੇ ਸਾਡੇ ਬੱਚੇ ਸਿੱਖ ਬਣਨ, ਜਿੱਥੇ ਉਹ ਸਿੱਖੀ ਨੂੰ ਅੰਡਰਸਟੈਂਡ ਕਰਨ। ਤੁਸੀਂ ਕਹਿੰਦੇ ਹੋ ਵੀ ਉਹ ਚੈਲੰਜ ਪਹਿਲਾਂ ਪੂਰਾ ਕਰੋ ਜਿਹੜਾ ਆਜ਼ਾਦੀ ਤੋਂ ਬਾਅਦ ਚ ਹੁੰਦਾ ਹੈ, ਤੇ ਫਿਰ ਤੁਹਾਨੂੰ ਆਜ਼ਾਦੀ ਮਿਲ ਸਕਦੀ ਹੈ। ਇਹ ਗੱਲ ਦੇ ਉੱਤੇ ਅੱਗੇ ਵੀ ਬਹੁਤ ਅਸੀਂ ਡਿਬੇਟ ਕਰ ਚੁੱਕੇ ਹਾਂ। ਇਹ ਨੌਨਸੈਂਸ ਗੱਲ ਹੈ ਕਿ ਤੁਸੀਂ ਕਿਸੇ ਬੂਟੇ ਨੂੰ ਬੀਜ ਕੇ ਉਹਨੂੰ ਵੱਡਾ ਦਰਖਤ ਬਣਨ ਦੀ ਖਾਹਿਸ਼ ਰੱਖਦੇ ਜੋ, ਪਰ ਉਹਨੂੰ ਪ੍ਰੋਪਰ ਪਾਣੀ ਨਹੀਂ ਮਿਲ ਰਿਹਾ, ਉਹਨੂੰ ਪ੍ਰੋਪਰ ਖਾਦ ਨਹੀਂ ਮਿਲ ਰਹੀ, ਉਹਨੂੰ ਮਿੱਟੀ ਨਹੀਂ ਮਿਲ ਰਹੀ। ਤੁਸੀਂ ਕਹਿ ਰਹੇ ਜੋ ਬੂਟਾ ਬਣ ਕੇ ਦਿਖਾਵੇ। ਜਿਹੜੇ ਸਕੂਲਾਂ 'ਚ ਜਾਂਦੇ ਅਸੀਂ ਬੱਚਿਆਂ ਨੂੰ ਪੜ੍ਹਾਈਏ ਨਾ। ਹੁਣ ਤੁਸੀਂ ਛਤਰੀ ਬਣਨ ਦੀ ਗੱਲ ਕੀਤੀ ਸੀ। ਪੰਜਾਬ 'ਚ ਜਿਹੜੇ ਇਸ ਵੇਲੇ ਛਤਰੀ ਹੈਗੇ ਨੇ ਉਹ ਕੀ ਕਰ ਰਹੇ ਨੇ? ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਕਿਹੜਾ ਛਤਰੀ ਬੋਲਿਆ ਪੰਜਾਬ ਦੇ ਵਿੱਚ? ਸਾਨੂੰ ਨਹੀਂ ਪਤਾ ਵੀ ਕੀ ਕਰਤੂਤ ਕੀਤੀ ਜਾ ਰਹੀ ਹੈ। ਜਿਹੜਾ ਤੁਸੀਂ ਸਨਾਤਨੀ ਬਣਨਾ ਚਾਹੁੰਦੇ ਜੋ, ਬਣੋ ਜੀ ਸਦਕੇ। ਸਾਨੂੰ ਇਹ ਮਤ ਨਾ ਦਿਓ। ਇਸ ਵੇਲੇ ਕਿਹੜਾ ਕਿਹੜੀ ਪੱਗ ਬੰਨਦਾ ਹੈ, ਕਿਹੜਾ ਕਿਹੜੇ ਰੁੱਖ ਦਾ ਦਮਾਲਾ ਬੰਨਦਾ, ਇਹ ਡਿਬੇਟ ਦਾ ਵਿਸ਼ਾ ਨਹੀਂ ਹੈਗਾ। ਤੁਹਾਨੂੰ ਪਤਾ ਮੁਸਲਮਾਨਾਂ ਦੇ ਵਿੱਚ ਇੱਕ ਡਾਊਨਫਾਲ ਆਇਆ ਸੀ ਬਹੁਤ ਵੱਡਾ। ਉਹ ਡਾਊਨਫਾਲ ਕਦੋਂ ਆਇਆ ਸੀ? ਜਦੋਂ ਕਰਬਲਾ ਦਾ ਮੈਦਾਨ 'ਚ ਜੰਗ ਲੜੀ ਜਾ ਰਹੀ ਸੀ ਬਹੁਤ ਵੱਡੀ, ਬਹੁਤ ਗਹਿ ਗੱਚ ਲੜਾਈ ਸੀ ਤੇ ਲਹੂ ਡੁੱਲ ਰਿਹਾ ਸੀ ਚਾਰੇ ਪਾਸੇ ਕਰਬਲਾ ਦੇ ਮੈਦਾਨ ਦੇ ਵਿੱਚ। ਉਸ ਮੌਕੇ ਜਿਹੜੇ ਮੁਸਲਮਾਨ ਸਕਾਲਰ ਸੀ ਉਹ ਇਸ ਗੱਲ ਤੇ ਬਹਿਸ ਕਰ ਰਹੇ ਸੀ ਵੀ ਇਸਲਾਮ ਜਿਹੜਾ ਵਾ ਉਹ ਵਾਲ ਦੀ ਨੋਕ ਤੇ ਟਿਕ ਸਕਦਾ, ਮਤਲਬ ਇੰਨਾ ਸੂਖਮ ਹੈ ਇਸਲਾਮ। ਤੇ ਜਿਹੜੇ ਲੜਨ ਵਾਲੇ ਸੀ, ਮਰਨ ਵਾਲੇ ਸੀ, ਉਹ ਜੰਗ 'ਚ ਮਰ ਰਹੇ ਸੀ। ਤੁਹਾਡਾ ਅਰਥ ਇਹ ਹੈ ਵੀ ਅਸੀਂ ਹਿੰਦੁਸਤਾਨ ਇਗਨੋਰ ਕਰ ਦਈਏ ਇਹ ਫੈਕਟਰ ਵੀ ਉਹ ਸਾਨੂੰ ਕੀ ਇਨਵਾਇਰਮੈਂਟ ਦੇ ਰਿਹਾ, ਤੇ ਅਸੀਂ ਸਿੱਖ ਬਣਨ ਦਾ ਗੱਲ ਕਰੀਏ। ਠੀਕ ਹੈ, ਇੱਕ ਬਹੁਤ ਬੇਅਰ ਮਿਨੀਮਮ ਪਾਪੂਲੇਸ਼ਨ ਤੇ ਗੱਲ ਲਾਗੂ ਹੋ ਸਕਦੀ ਹੈ, ਪਰ ਸਾਨੂੰ ਤੇ ਅੰਡਰਸਟੈਂਡ ਕਰਨਾ ਚਾਹੀਦਾ ਵੀ ਸਟੇਟ ਦੇ ਇਨਫਲੂਐਂਸ ਤੇ ਸਾਡੀਆਂ ਪਵਿੱਤਰ ਜਿਹੜੀਆਂ ਸੰਸਥਾਵਾਂ ਨੇ ਦਮਦਮੀ ਟਕਸਾਲ ਦੀਆਂ, ਉਹ ਕਰਪਟ ਕਰਤੀਆਂ ਉਹਨਾਂ ਨੇ। ਉੱਥੋਂ ਐਂਟੀ ਸਿੱਖ ਬੰਦੇ ਪੈਦਾ ਹੋ ਰਹੇ ਅੱਜ ਦੇ ਸਮੇਂ ਦੇ ਵਿੱਚ। ਤੁਹਾਡੇ ਵਰਗੇ ਜਿਹੜੇ ਕਹਿ ਰਹੇ ਆ ਵੀ ਜਿਹੜਾ ਕੇਸਾਧਾਰੀ ਨਹੀਂ ਗਾ ਉਹ ਹਿੰਦੂ ਹੈ। ਇਹ ਕਿੱਦਾਂ ਪਈ? ਇਹ ਕਿਹੜਾ ਫਾਰਮੂਲਾ ਤੁਹਾਡੇ ਕੋਲ? ਮੈਂ ਕਹਿੰਦਾ ਵੀ ਸਿੱਖ ਨੂੰ ਕੇਸਾਧਾਰੀ ਹੋਣਾ ਚਾਹੀਦਾ। ਮੇਰੀ ਇਹ ਬਹੁਤ ਇੱਛਾ ਹੈ ਵੀ ਸਿੱਖ ਨੂੰ ਜਿਹੜੀ ਪੂਰਨ ਸਿੱਖੀ ਬਾਣੀ ਦੇ ਵਿੱਚ ਆਉਣਾ ਚਾਹੀਦਾ, ਸਾਰਾ ਕੁਝ ਹੋਣਾ ਚਾਹੀਦਾ। ਪਰ ਮੈਂ ਇਹ ਲਿਮਿਟੇਸ਼ਨ ਨੂੰ ਵੀ ਸਮਝਦਾ ਵੀ ਜਿਹੜੇ ਪੈਦਾ ਹੁੰਦੇ ਬੱਚੇ ਨੂੰ ਸਿੱਖਾਂ ਦੇ ਖਿਲਾਫ ਪੜ੍ਹਾਇਆ ਜਾਂਦਾ ਟੀਵੀ ਦੇ ਵਿੱਚ, ਉਹ ਵੇਖਦਾ ਹੈ ਤੇ ਉੱਥੇ ਐਂਟੀ ਸਿੱਖ ਮਟੀਰੀਅਲ ਆਉਂਦਾ, ਜਿੱਥੇ ਉਹਦੇ ਆਈਡਲ ਇਸ ਤਰ੍ਹਾਂ ਦੇ ਬਣਾਏ ਜਾਂਦੇ ਆ। ਉਹਦੇ ਕੋਲ ਤੁਸੀਂ ਇੱਕ ਗੁਲਾਮ ਕੋਲ ਇਹ ਉਮੀਦ ਕਰਦੇ ਜੋ ਵੀ ਉਹ ਪ੍ਰੋਪਰ ਸਿੱਖ ਬਣੇ, ਤੇ ਤੁਸੀਂ ਜਿਹੜੇ ਬਣਨ ਦਾ ਦਾਅਵਾ ਕਰਦੇ ਤੁਸੀਂ ਆਪਣੇ ਆਪ ਨੂੰ ਹਿੰਦੂਆਂ ਨੂੰ ਵੱਖ ਕਰਕੇ ਵੇਖਦੇ ਨਹੀਂ। ਤੁਸੀਂ ਕਹਿੰਦੇ ਵੀ ਅਸੀਂ ਹਿੰਦੂਆਂ ਦਾ ਅਪਗ੍ਰੇਡ ਰੂਪ ਹਾਂ ਜੀ, ਹਿੰਦੂ ਜਿਹੜੇ ਆ ਉਹ ਛਤਰੀ ਨਹੀਂ ਸਨ ਤੇ ਅਸੀਂ ਛਤਰੀ ਹਾਂ। ਇਹ ਵੀ ਗੱਲ ਤੁਹਾਡਾ ਦਾਅਵਾ ਝੂਠਾ। ਝੂਠਾ ਇਸ ਕਰਕੇ ਹੈ ਵੀ ਹਿੰਦੂਆਂ ਦੇ ਵਿੱਚ ਵੀ ਮਰਾਠੇ ਸੀ, ਉਹਨਾਂ ਨੂੰ ਤੇ ਛਤਰੀ ਹੋਣ ਦੇ ਨਾਲ ਕੋਈ, ਉਹ ਵੀ ਲੜਾਕੇ ਰਹੇ ਆ, ਦੁਨੀਆ ਦੇ ਹੋਰ ਕੌਮਾਂ ਵੀ ਲੜਾਕੇ ਰਹੀ। ਪ੍ਰੋਬਲਮ ਇਹ ਆ ਵੀ ਸਿੱਖੀ ਇਕੱਲੀ ਲੜਨ ਦਾ ਵਿਸ਼ਾ ਨਹੀਂ ਹੈਗਾ। ਲੜਾਈ ਜ਼ਰੂਰੀ ਹੈ, ਧਰਮ ਯੁੱਧ ਜ਼ਰੂਰੀ ਹੈ, ਸ਼ਸਤਰ ਜ਼ਰੂਰੀ ਨੇ, ਇਹ ਅੰਗ ਨੇ ਸਰੀਰ ਦਾ। ਕਕਾਰਾਂ ਦੇ ਵਿੱਚ ਇੱਕ ਇਹਦਾ ਵੀ ਰੋਲ ਹੈ। ਪਰ ਜਿਹੜਾ ਤੁਹਾਡਾ ਅਬਜ਼ਰਡ ਦਾਅਵਾ ਹੈ ਇਸ ਗੱਲ ਦੇ ਉੱਤੇ ਵੀ ਪਹਿਲਾਂ ਇਹ ਇਕੱਲਾ ਇਹ ਨਹੀਂ ਕਰ ਰਹੇ, ਇਹ ਪੰਜਾਬ ਦੀਆਂ ਬਹੁਤ ਆਰਗੇਨਾਈਜੇਸ਼ਨਸ ਕਰ ਰਹੀਆਂ ਨੇ ਜਿਹੜੀਆਂ ਕਲੇਮ ਕਰਦੀਆਂ ਵੀ ਅਸੀਂ ਸਿੱਖ ਹਾਂ। ਵੀ ਤੁਸੀਂ ਚੰਗੇ ਸਿੱਖ ਬਣੋ, ਆਜ਼ਾਦੀ ਤੇ ਤੁਹਾਡੇ ਪੈਰਾਂ 'ਚ ਪਈ ਜਾਊਗੀ। ਸੁਣਨ ਨੂੰ ਇਹ ਗੱਲ ਬੜੀ ਵਧੀਆ ਲੱਗਦੀ ਹੈ ਯਾਰ, ਕਮੀ ਸਾਡੇ 'ਚ ਹੀ ਹੈ। ਪਰ ਚੰਗੇ ਸਿੱਖ ਬਣਨ ਲਈ ਜਿਹੜਾ ਇਨਵਾਇਰਮੈਂਟ ਚਾਹੀਦਾ ਹੈ ਉਹ ਕਿੱਥੋਂ ਮਿਲਣਾ? ਤੁਸੀਂ ਇੱਥੋਂ ਗਏ ਜੋ ਵੈਸਟ 'ਚ, ਉੱਥੇ ਵੈਸਟਰਨ ਕਲਚਰ ਦੇ ਵਿੱਚ ਤੁਹਾਡੇ ਬੱਚੇ ਸਿੱਖੀ ਭੁੱਲ ਰਹੇ ਨੇ। ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਪੰਜਾਬ ਨੂੰ ਉਹਨਾਂ ਕਲੋਨਾਈਜ਼ ਕਰਕੇ
ਤੇ ਜਿਹੜਾ এনवायरमेंट ਸੀ ਉਹ ਖਤਮ ਕਰ ਦਿੱਤਾ। ਹੁਣ ਉੱਥੇ ਪੰਜਾਬ 'ਚ ਰਹਿ ਕੇ ਲੋਕ ਮੁੰਡੇ ਪੱਤੇ ਧੋ ਰਹੇ ਨੇ। ਕਿਵੇਂ ਹੋ ਰਹੇ ਨੇ, ਸਾਰਾ ਕੁਛ ਕਿਵੇਂ ਵਾਪਰ ਰਿਹਾ ਇਹ ਸਾਨੂੰ ਨਹੀਂ ਪਤਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਖਾਲਸੇ ਰਾਜ ਦੇ ਵਿੱਚ, ਜਿਹੜੇ ਛਤਰੀ ਹੈ ਉਹਨੂੰ ਰਾਜ ਨਹੀਂ ਮੰਨਦੇ ਆਪਣਾ। ਇਹ ਕਹਿੰਦੇ ਵੀ ਨਹੀਂ ਉਹ ਵੀ ਰਾਜ ਜਿਹੜਾ ਸੀ ਉਹ ਖਾਲਸੇ ਦਾ ਰਾਜ ਨਹੀਂ ਸੀ ਹੈਗਾ। ਹੁਣ ਉਸ ਰਾਜ ਦੇ ਵਿੱਚ ਸਿੱਖਾਂ ਦੀ ਪਾਪੂਲੇਸ਼ਨ ਬਹੁਤ ਵੱਧ ਗਈ। ਜਦੋਂ ਰਾਜ ਗਿਆ ਪਾਪੂਲੇਸ਼ਨ ਡਿੱਗ ਪਈ। ਅਰਥ ਕੀ ਇਹਦਾ? ਇਹਦਾ ਅਰਥ ਇਹ ਆ ਵੀ ਜਦੋਂ ਕਿਸੇ ਵੀ ਸਪੀਸੀਸ ਦਾ, ਕਿਸੇ ਵੀ ਕੌਮ ਦਾ, ਕਿਸੇ ਵੀ ਨਸਲ ਦਾ ਵਾਧਾ ਜਾਂ ਘਾਟਾ ਹੁੰਦਾ, ਉਹਦੇ ਤੇ ਬਹੁਤ ਜ਼ਿਆਦਾ ਫੈਕਟਰ ਇਹ ਕੰਮ ਕਰਦਾ ਵੀ ਉਹਨਾਂ ਨੂੰ এনवायरमेंट ਕਿਵੇਂ ਦਾ ਮਿਲ ਰਿਹਾ ਹੈ। ਹੁਣ ਸਾਨੂੰ, ਤੁਸੀਂ ਸਾਡੇ ਕੋਲ ਇਹ ਉਮੀਦ ਕਰ ਰਹੇ ਜੋ ਵੀ ਸਾਨੂੰ ਰੇਤਾ 'ਚ ਬੀਜ ਕੇ ਬੀਜ ਨੂੰ ਵੀ ਇਹ ਬੜਾ ਬੂਟਾ ਬਣੇ, ਇਹ ਛਾਂ ਦੇਵੇ ਲੋਕਾਂ ਨੂੰ। ਇਹ ਮਿਰੇਕਲ ਤੇ ਹੋ ਸਕਦਾ ਹੈ ਚੰਦ ਬੰਦਿਆਂ ਤੱਕ ਸੀਮਤ। ਚੰਦ ਬੰਦੇ ਗੁਲਾਮੀ ਦੇ ਵਾਤਾਵਰਨ ਚੋਂ ਵੀ ਬੈਟਰ ਸਿੱਖ ਬਣ ਸਕਦੇ ਆ। ਅਸੀਂ ਚੰਦ ਬੰਦਿਆਂ ਵਾਸਤੇ ਆਜ਼ਾਦੀ ਨਹੀਂ ਲੈਣੀ। ਅਸੀਂ ਆਜ਼ਾਦੀ ਉਹਨਾਂ ਵਾਸਤੇ ਲੈਣੀ ਆ ਜਿਹੜੇ ਲੋਕ ਜਿਹੜੇ ਆਮ ਘਰਾਂ ਦੇ ਵਿੱਚੋਂ ਉੱਠਦੇ ਨੇ, ਸਕੂਲਾਂ 'ਚ ਜਾਂਦੇ ਨੇ, ਘਰ ਆਉਂਦੇ ਨੇ ਕੰਮ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਐਵੇਂ ਸਪੈਂਡ ਕਰ ਦੇਣੀ ਹੈ। ਅਸੀਂ ਉਹਨਾਂ ਨੂੰ ਸਿੱਖੀ ਨਾਲ ਜੋੜਨਾ। ਉਹਨਾਂ ਨੂੰ ਕਿੱਦਾਂ ਸਿੱਖੀ ਨਾਲ ਜੋੜਨਾ? ਕਿਉਂਕਿ ਜਿਹੜੇ ਇਨੀਸ਼ੀਅਲ ਸਟੇਜਸ 'ਚ ਹੈ 10 ਸਾਲ 15 ਸਾਲ ਤੱਕ, ਦੋ ਚੀਜ਼ਾਂ ਨਾਲ ਤੁਸੀਂ ਸਟਰਗਲ ਕਰ ਰਹੇ ਜੋ। ਇੱਕ ਤੇ ਸਾਡੇ ਕੋਲ ਅਸੀਂ ਫਾਈਨੈਂਸ਼ੀਅਲੀ ਇੰਨੇ ਵੈਲ ਨਹੀਂ ਹੁੰਦੇ ਵੀ ਮਾਂ ਪਿਓ ਕੰਮ ਛੱਡ ਦੇਣ ਤੇ ਆਪਣੇ ਨਿੱਕੇ ਬੱਚੇ ਨੂੰ ਪਾਲਣਾ ਸ਼ੁਰੂ ਕਰ ਦੇਣ ਜਦੋਂ ਤੱਕ, ਕਿਉਂਕਿ ਇਨੀਸ਼ੀਅਲੀ ਸਾਲ ਬੜੇ ਜ਼ਰੂਰੀ ਆ। ਸਾਈਕੋਲੋਜੀ ਦੇ ਪੱਖ ਤੋਂ 10-15 ਸਾਲ ਪਹਿਲੇ ਜਿਹੜੇ ਆ ਉਹਦੇ 'ਚ ਬੱਚੇ ਦੇ ਜਿਹੜੇ ਚੀਜ਼ ਦਾ ਇਨਫਲੂਐਂਸ ਪੈ ਗਿਆ ਉਹ ਲਾਈਫ ਲੌਂਗ ਹੀ ਹੁੰਦਾ ਆਲਮੋਸਟ। ਜਾਂ ਕੋਈ ਮਿਰੇਕਲ ਵਾਪਰ ਜੇ ਤੇ ਉਹ ਚਮਤਕਾਰ ਦੇ ਨਾਲ ਉਹ ਬਦਲ ਜੇ। ਉਹ 10-15 ਸਾਲ ਨਾ ਤੇ ਇਹ ਹੋ ਸਕਦਾ ਵੀ ਸਾਰੇ ਰਿਸੋਰਸਿਸ ਘਰ ਦੇ ਪੁੱਟ ਕੇ ਦੋਤੇ ਲਾ ਦਿੱਤੇ ਜਾਣ। ਉਹਦੇ ਲਈ ਕੀ ਹੈ, ਜਿਹੜੀਆਂ ਕੌਮਾਂ ਨੇ ਥਰਾਈਵ ਕੀਤਾ, ਉਹਨਾਂ ਕੌਮਾਂ ਨੇ ਕੀ ਕੀਤਾ ਵੀ ਇਹੋ ਜਿਹੇ ਸਿਸਟਮ ਖੜੇ ਕਰਤੇ ਵੀ ਜੇ ਬੱਚਾ ਘਰ ਚੋਂ ਨਿਕਲ ਕੇ ਸਕੂਲ 'ਚ ਜਾਂਦਾ ਉੱਥੇ ਵੀ ਸਿੱਖੀ ਦਾ ਮਾਹੌਲ ਹੈ, ਜਾਂ ਉੱਥੇ ਵੀ ਉਸ ਕਲਚਰ ਦਾ ਮਾਹੌਲ ਹੈ ਜਿਹੜੀ ਕੌਮ ਹੈਗੀ ਹੈ। ਜੇ ਉਹ ਟੀਵੀ ਖੋਲ੍ਹਦਾ ਤੇ ਟੀਵੀ ਦੇ ਵਿੱਚ ਬੜੇ ਐਸਪੈਕਟ ਹੁੰਦੇ ਨੇ ਐਸੇ। ਹੁਣ ਜੇ ਟੀਵੀ ਦੇ ਵਿੱਚ ਇੱਕ ਮੇਨ ਕਰੈਕਟਰ ਨੂੰ ਦਿਖਾਉਣਾ ਹੈ, ਉਹਨੂੰ ਉਹਨਾਂ ਨੇ ਦਿਖਾਉਣਾ ਹੈ ਮੋਨਾ, ਤੇ ਜੇ ਇੱਕ ਸਿੱਖ ਨੂੰ ਦਿਖਾਉਣਾ ਉਹਨੂੰ ਜੋਕਰ ਦਿਖਾਉਣਾ ਹੈ। ਇਹਦਾ ਕੀ ਗੱਲ ਸਾਈਕੀ ਤੇ ਇਫੈਕਟ ਨਹੀਂ ਪੈਂਦਾ ਕੋਈ ਵੀ? ਜੇ ਟੀਵੀ ਦੇ ਵਿੱਚ ਸਿੱਖ ਕੁੜੀ ਨੂੰ ਹਿੰਦੂ ਮੁੰਡੇ ਨਾਲ ਭੱਜਦਿਆਂ ਵਿਖਾ ਦੇਣਾ ਉਹਨਾਂ ਨੇ, ਕੀ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਕੋਈ ਇਹ ਐਵੇਂ ਕਰੀ ਜਾਂਦੇ ਉਹ ਲੋਕ? ਫਿਲਮ ਆਈ ਸੀ ਜਾਬੂ ਵੀ ਮੈਟ, ਇਹੋ ਜਿਹੀਆਂ ਫਿਲਮਾਂ ਜਿਹੜੀਆਂ, ਇਹ ਤੁਹਾਨੂੰ ਕੀ ਲੱਗਦਾ ਵੀ ਇਹ ਫਿਲਮਾਂ ਦੇ ਪਿੱਛੇ ਕੋਈ ਸਾਈਕਿਕ ਥਾਟ ਨਹੀਂ ਚੱਲਦਾ ਉਹਨਾਂ ਦਾ ਜਿਹੜਾ ਸਾਈਕੋਲੋਜੀ ਦੇ ਪੱਖ ਤੋਂ ਵੀ ਇਹ ਕਿਸੇ ਕੌਮ ਨੂੰ ਅਸੀਂ ਮਾਸ ਰੂਪ ਦੇ ਵਿੱਚ ਕਿਵੇਂ ਇਫੈਕਟ ਕਰਾਂਗੇ? ਤੁਸੀਂ ਆਮ ਸੋਚੋ ਵੀ ਇੱਕ ਫਿਲਮ ਚੱਲਦੀ ਹੈ ਜਿਹਦੇ 'ਚ ਮੁੰਡਾ ਕੁੜੀ ਵਿਆਹ ਕਰਾਉਣਾ ਚਾਹੁੰਦੇ ਆ, ਉਹਨਾਂ ਦਾ ਧਰਮ ਨਹੀਂ ਮਿਲਦਾ ਤੇ ਉਹਨਾਂ ਦਾ ਸਾਰਾ ਸਮਾਜ ਦੁਸ਼ਮਣ ਬਣ ਜਾਂਦਾ ਹੈ। ਤੇ ਜਿਹੜੇ ਸਮਾਜ ਦੇ ਲੋਕ ਆ, ਜਿਹੜੇ ਮਾਂ ਪਿਓ ਕੁੜੀ ਦੇ ਜਾਂ ਮੁੰਡੇ ਦੇ, ਉਹਨਾਂ ਨੂੰ ਬੜੇ ਈਵਲ ਬਣਾ ਕੇ ਪੇਸ਼ ਕੀਤਾ ਜਾਂਦਾ। ਤੇ ਅਖੀਰ ਤੱਕ ਬੇਸ਼ੱਕ ਤੁਸੀਂ ਸਹਿਮਤ ਨਹੀਂ ਆ ਵੀ ਕੋਈ ਸਿੱਖਾਂ ਦੀ ਕੁੜੀ ਜਾਂ ਸਿੱਖਾਂ ਦਾ ਮੁੰਡਾ ਗੈਰ ਧਰਮ 'ਚ ਵਿਆਹ ਕਰਾਵੇ, ਅਖੀਰ ਤੱਕ ਤੁਹਾਡੀ ਵੀ ਸਿੰਪਥੀ ਬਣ ਜਾਂਦੀ ਉਹ ਦੋਵਾਂ ਨਾਲ, ਕੁੜੀ ਮੁੰਡੇ ਨਾਲ। ਕਿਉਂ? ਕਿਉਂਕਿ ਸਾਈਕੋਲੋਜੀ ਏਦਾਂ ਹੀ ਕੰਮ ਕਰਦੀ ਹੈ। ਉਹ ਤਾਂ ਤੁਹਾਨੂੰ ਜੋ ਦਿਖਾਉਂਦੇ ਆ ਤੁਸੀਂ ਉਹ ਬਣ ਜਾਂਦੇ ਜੋ। ਹੁਣ ਤੁਹਾਡੇ ਵਰਗੇ ਲੋਕ ਜਿਹੜੇ ਆ ਉਹ ਇੱਥੇ ਆਣ ਕੇ ਦਾਅਵਾ ਕਰਦੇ ਆ ਤੇ ਲੜਾਈ ਫਿਰ ਵੀ ਲੜਨ ਨੂੰ ਤਿਆਰ ਨਹੀਂ। 84 ਦਾ ਸੰਘਰਸ਼ ਲੰਘ ਕੇ ਗਿਆ, ਮੈਨੂੰ ਦੱਸਣਾ ਕਿੰਨੇ ਕੁ ਜਿਹੜੇ ਸੋ ਕਾਲਡ ਛਤਰੀ ਸੀ ਇਹ ਆਣ ਕੇ ਸੰਘਰਸ਼ 'ਚ ਵੜੇ? ਕੀਤਾ ਕੀ ਆ ਆਪਾਂ ਪਿਛਲੇ 100 ਸਾਲ ਦੇ ਵਿੱਚ? ਪਿਛਲੇ 100 ਸਾਲ ਦੇ ਇਤਿਹਾਸ ਦੇ ਵਿੱਚ ਅਸੀਂ ਕੀ ਐਸਾ ਤੀਰ ਮਾਰਿਆ ਜਿਹਦੇ ਤੇ ਦਾਅਵਾ ਕਰਦੇ ਆ ਵੀ ਲੋਕਾਂ ਨੂੰ ਜਾ ਕੇ ਵੀ ਮੋਨੇ ਤੇ ਮੈਂ 50 ਦਿਖਾ ਦੂੰਗਾ ਜਿਹੜੇ ਅੱਜ ਵੀ ਲੜਦੇ ਆ, ਮਰਦੇ ਮਰਨ ਨੂੰ ਤਿਆਰ ਵੀ ਆ, ਸਵੇਰੇ ਵੀ ਤਰ ਜਾਣਗੇ। ਤੁਸੀਂ ਕੀ ਕਰ ਰਹੇ? ਤੁਸੀਂ ਵੀ ਕੋਈ ਵੇਖੋ ਨਾ, ਮੇਰੇ ਮਨ ਤੋਂ ਲੱਗਦਾ ਤੁਸੀਂ ਕੰਮ ਵੀ ਕਰੋ ਕੋਈ। ਹਾਂਜੀ ਵੀਰ ਜੀ, ਇੱਕ ਬੇਨਤੀ ਸੀ ਮੇਰੀ ਸੰਗਤ ਨੂੰ ਵੀ ਜਿੰਨੇ ਵੀ ਸਪੀਕਰ ਉੱਤੇ ਆ ਰਹੇ ਨੇ ਮੈਂ ਇੱਕ ਇੱਕ ਕਰਕੇ ਤਾਂ ਲੈ ਰਿਹਾ ਵੀ ਜ਼ਿਆਦਾ ਮੈਨੂੰ ਮੈਨੇਜ ਕਰਨਾ ਈਜ਼ੀ ਹੋ ਜੇ। ਇੱਕ ਹੋਰ ਬੇਨਤੀ ਸੀ ਵੀ ਪਲੀਜ਼ ਕੁਐਸਚਨ ਆਪਣੇ ਜਿਹੜਾ ਟੌਪਿਕ ਚੱਲ ਰਿਹਾ ਉਹਦੇ ਇਰਦ ਗਿਰਦ ਹੀ ਰੱਖੋ। ਉਹਦੇ ਨਾਲ ਥੋੜ੍ਹੀ ਜਿਹੀ ਸਪੀਕਰਸ ਨੂੰ ਵੀ ਸੌਖ ਹੋ ਜਾਊਗੀ ਤੁਹਾਡੇ ਜਵਾਬ ਦੇਣ ਦੀ, ਪਲੀਜ਼। ਹਾਂਜੀ, ਆਪਣੇ ਨਾਲ VK ਵੀਰ ਜੀ, ਪਹਿਲਾਂ ਹਰਪ੍ਰੀਤ ਵੀਰ ਜੀ, ਮੇਰੇ ਖਿਆਲ ਨਾਲ ਉਹਨਾਂ ਦਾ ਹੈਡ ਰੇਸ ਕਾਫੀ ਦੇਰ ਤੋਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ। ਮੇਰਾ ਸਵਾਲ ਅਮਰਤਪਾਲ ਵੀਰ ਜੀ ਨੂੰ ਸੀਗਾ ਵੀ ਵੀਰੇ, ਮੇਰਾ ਮਤਲਬ ਵੀ ਜਿਹੜਾ ਕ੍ਰਿਸਚਨ ਆ ਇਹਨਾਂ ਨੇ ਕਰੂਸੇਡ ਰੱਖਿਆ ਵਾ, ਮੇਰਾ ਟੇਕ ਇਹਦੇ ਤੇ ਵੀਰੇ ਏਦਾਂ ਵਾ ਵੀ ਮੇਰਾ ਸੋਚਣੀ ਏਦਾਂ ਵੀ ਜਿਹੜੇ ਲੋਕ ਵੀ ਧਰਮ ਛੱਡ ਕੇ ਜਾ ਰਹੇ ਆ ਵੀ ਵਾਈ ਨੋਟ ਵੀ ਆਪਾਂ ਨੂੰ ਜਾਣ ਦਈਏ। ਕੀ ਪਤਾ ਗਾਂਹ ਜਾ ਕੇ ਆਪਾਂ ਨੂੰ ਨਹੀਂ ਪਤਾ ਮਹਾਰਾਜ ਨੇ ਕਿਹਦੇ ਤੋਂ ਕਿਹੜੀ ਸੇਵਾ ਲੈਣੀ ਆ, ਤੇ ਜਦੋਂ ਜੰਗ ਦਾ ਮੈਦਾਨ ਹੁੰਦਾ ਜਾਂ ਕਿਤੇ ਵੀ ਲੋੜ ਹੁੰਦੀ ਆ ਤਾਂ ਮੈਨੂੰ ਲੱਗਦਾ ਵੀ ਜਿਹੜੇ ਲੋਕ ਸਿਰਫ ਰੋਟੀ ਜਾਂ ਟੁੱਕ ਨੂੰ ਜਾਂ ਸਿਰਫ ਇੱਕ ਆਪਦੀ ਬੇਸਿਕ ਨੈਸੈਸਿਟੀਜ਼ ਦੇ ਪਿੱਛੇ ਧਰਮ ਨੂੰ ਚੇਂਜ ਕਰ ਸਕਦੇ ਆ, ਤਾਂ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦਾ ਆਪਾਂ ਨੂੰ ਗਾਂਹ ਵੀ ਕੋਈ ਜੇ ਕਹੀਏ ਵੀ ਫਾਇਦਾ ਹੋ ਸਕਦਾ ਜਾਂ ਕਿੱਦਾਂ ਵੀ।
ਸੋ ਏਦਾਂ ਕਿਉਂ ਨਹੀਂ ਵੀਰੇ ਵੀ ਆਪਾਂ ਕਰ ਸਕਦੇ ਵੀ ਠੀਕ ਆ ਯਾਰ ਜਿਹੜਾ ਜਾਂਦਾ ਜਾਓ, ਵੀ ਜਿਹੜੀ ਕੌਮ ਘੱਲੂ ਘਾਰੇ ਤੋਂ ਬਾਅਦ ਕਹਿ ਰਹੀ ਆ ਵੀ ਤੱਤ ਖਾਲਸਾ ਵੀ ਨਿਖਰ ਰਿਹਾ ਹੈ, ਤੇ ਵੀ ਆਪਾਂ ਨੂੰ ਮਤਲਬ ਵੀ ਚੜ੍ਹਦੀ ਕਲਾ ਦੀ ਗੱਲ ਕਿਉਂ ਨਹੀਂ ਵੀ ਆਪਣੇ ਉਹਦੇ ਚ ਨਹੀਂ ਇਹ ਚੜ੍ਹਦੀ ਕਲਾ ਵਾਲਾ ਮਸਲਾ ਨਹੀਂ ਹੈਗਾ। ਦੇਖੋ ਹਰਪ੍ਰੀਤ ਸਿੰਘ ਜੀ, ਮਸਲਾ ਪਤਾ ਕੀ ਹੈ, ਤੁਸੀਂ ਜਿਹੜੇ ਜਾ ਰਹੇ ਇਹਨਾਂ ਨੂੰ ਸੈਕਰੀਫਾਈਸ ਕਰ ਸਕਦੇ ਜੋ। ਜਦੋਂ ਕੌਮ ਇਹ ਘੱਲੂ ਘਰੇ ਚ ਮਾਰੇ ਜਾਣ ਤੇ ਅਸੀਂ ਵੀ ਚੜ੍ਹਦੀ ਕਲਾ ਦਾ ਸੁਨਾਹ ਦੇ ਸਕਦੇ ਹਾਂ, ਕੋਈ ਡਰੌਲਾ ਨਹੀਂ ਗਾ, ਅਸੀਂ ਚੜ੍ਹਦੀ ਕਲਾ ਦਾ ਸੁਨਾਹ ਹੀ ਦੇਣ ਵਾਲੇ ਬੰਦੇ ਹਾਂ। ਹੁਣ ਜੇ ਗੱਲ ਇਹ ਹੈ ਵੀ ਤੁਸੀਂ ਇਹਨਾਂ ਨੂੰ ਸੈਕਰੀਫਾਈਸ ਕਰ ਸਕਦੇ ਜੋ, ਪਰ ਇਹਨਾਂ ਦੀਆਂ ਆਉਣ ਵਾਲੀ ਨਸਲਾਂ ਜਿਹੜੀਆਂ ਨੇ ਉਹ ਤੁਹਾਡੇ ਐਨਮੀਜ਼ ਬਣਨਗੇ। ਇਹ ਤੇ ਤੁਹਾਡੇ ਨਾਲ ਕੋਈ ਵਿਰੋਧ ਨਹੀਂ ਜ਼ਾਹਰ ਕਰਨਗੇ, ਇਹ ਸਟੇਟ ਦੇ ਟੂਲ ਨਹੀਂ ਬਣਨਗੇ ਏਡੀ ਛੇਤੀ। ਇਹ ਹੋ ਸਕਦਾ ਇਹਨਾਂ ਦੇ ਵਿੱਚ ਕੋਈ ਅੰਸ਼ ਬਚਿਆ ਹੋਵੇ ਜਿਹੜਾ ਇਹਨਾਂ ਨੂੰ ਤੁਹਾਡੀ ਲਕੀਰ ਦੇ ਉਲਟ ਖਾਣ ਤੋਂ ਰੋਕੇ। ਪਰ ਤੁਸੀਂ ਇਹ ਸਮਝੋ ਵੀ ਇੱਕ ਜਿਹਦੇ ਘਰ 'ਚ ਸਿੱਖੀ ਦਾ ਬਿਲਕੁਲ ਮਾਹੌਲ ਨਹੀਂ ਹੈਗਾ, ਪਰ ਉਹ ਸਿੱਖ ਨੇ, ਉਹ ਗੁਰਦੁਆਰੇ ਜਾਂਦੇ ਨੇ, ਭਾਵੇਂ ਸਾਲ 'ਚ ਹੀ ਜਾਂਦੇ ਨੇ, ਭਾਵੇਂ ਨਹੀਂ ਵੀ ਜਾਂਦੇ, ਪਰ ਉਹ ਉਹਨਾਂ ਦੇ ਘਰ ਦੇ ਵਿੱਚ ਇਹ ਆ ਵੀ ਜੇ ਕੋਈ ਪੁੱਛਣ ਆਉਂਦਾ ਉਹ ਕਹਿੰਦੇ ਵੀ ਅਸੀਂ ਸਿੱਖ ਹਾਂ ਜੀ। ਉਹ ਦਾਰੂ ਪੀਂਦੇ ਹੋਣ ਜਾਂ ਕੁਛ ਵੀ ਕਰਦੇ ਹੋਣ, ਉਹਨਾਂ ਦੇ ਘਰ ਹੋ ਸਕਦਾ ਕੋਈ ਬੱਚਾ ਪੈਦਾ ਹੋਵੇ ਤੇ ਉਹ ਗਾਂਹ ਜਾ ਕੇ ਕੋਈ ਸਿੱਖੀ ਵਾਲੇ ਪਾਸੇ ਨੂੰ ਤੁਰ ਪਵੇ, ਕਿਉਂਕਿ ਉਹਦੇ ਕੋਲ ਇੱਕ ਸਪੇਸ ਹੈਗੀ ਹੈ ਮਾੜੀ ਮੋਟੀ। ਹੁਣ ਇਹ ਜਿਹੜੇ ਇਹਨਾਂ ਦਾ ਟਾਰਗੇਟ ਇਹ ਪੀੜ੍ਹੀ ਨਹੀਂ ਹੈਗੀ, ਜਿਹੜੇ ਕ੍ਰਿਸਚਨ ਬਣਾ ਰਹੇ ਨੇ ਜਿਹਨਾਂ ਨੂੰ, ਇਹ ਪੀੜ੍ਹੀ ਨਹੀਂ ਹੈਗੀ। ਇਹਨਾਂ ਦਾ ਟਾਰਗੇਟ ਇਹਨਾਂ ਦੀਆਂ ਨਸਲਾਂ ਨੇ। ਹੁਣ ਤੁਸੀਂ ਇਹ ਸਮਝੋ ਵੀ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਲੜਾਈ ਹੈ ਉਹ ਗਿਣਤੀ ਦੀ ਵੀ ਹੈਗੀ ਹੈ। ਗੁਣ ਤੇ ਗਿਣਤੀ ਦੋਵੇਂ ਚੀਜ਼ਾਂ ਸਾਨੂੰ ਮੇਨਟੇਨ ਕਰਨੀਆਂ ਪੈਣੀਆਂ ਨੇ। ਇੱਦਾਂ ਨਹੀਂ ਹੋ ਸਕਦਾ ਵੀ ਤੁਸੀਂ ਬਿਲਕੁਲ ਗੁਣਾਂ ਦੇ ਉੱਤੇ ਫੋਕਸ ਕਰੋ, ਤੁਸੀਂ ਭੁੱਲ ਜਾਓ ਵੀ ਮੈਂ ਇੱਕੋ ਹੀ ਬੰਦਾ ਹੋਵਾਂ। ਇਹਦਾ ਮਤਲਬ ਇਹ ਪ੍ਰਚਾਰ ਬੰਦ ਕਰ ਦਿਓ, ਗੁਰਦੁਆਰੇ ਬੰਦ ਕਰ ਦਿਓ, ਜਿਹਨੇ ਸਿੱਖੀ ਵਾਲਾ ਆਉਣਾ ਆ ਜਾਵੇ। ਇਹਦੇ ਅਰਥ ਇਹਦਾ ਵੀ ਇਹ ਵੀ ਹੋ ਸਕਦਾ ਵੀ ਬਿਲਕੁਲ ਹੀ ਖੁੱਲੇ ਛੱਡ ਦਿਓ ਸਾਰਾ ਕੰਮ, ਕੋਈ ਪਰਵਾਹ ਨਾ ਕਰੋ ਕੀ ਹੋ ਰਿਹਾ। ਤੁਸੀਂ ਇਹ ਵੀ ਨਾ ਪਰਵਾਹ ਕਰੋ ਤੁਹਾਡੇ ਬੱਚੇ ਕੀ ਕਰ ਰਹੇ ਨੇ, ਕਿਉਂਕਿ ਅਲਟੀਮੇਟਲੀ ਜੇ ਉਹ ਨਹੀਂ ਸਾਡੇ ਅੱਜ ਕੰਮ ਦੇ ਤੇ ਕੱਲ੍ਹ ਨੂੰ ਉਸਦਾ ਸਾਡੇ ਕੰਮ ਆਉਣ ਹੀ ਨਾ। ਅਸੀਂ ਪ੍ਰੋਬਲਮ ਅੱਜ ਜੋ ਫੇਸ ਕਰ ਰਹੇ ਹਾਂ ਉਹਦੀ ਗੱਲ ਨਹੀਂ ਹੈਗੀ। ਅਸੀਂ ਪ੍ਰੋਬਲਮ ਜਿਹੜੀ ਫੇਸ ਕਰ ਰਹੇ ਹਾਂ ਉਹ ਫਿਊਚਰ ਜਿਹੜੀ ਸਾਨੂੰ ਆਉਣੀ ਹੈ। ਕਿਉਂਕਿ ਇੱਦਾਂ ਦੇ ਫਿਰ ਪੰਜਾਬ 'ਚ ਜਿਹੜੇ ਭਈਏ ਆ ਰਹੇ ਤੇ ਕੋਈ ਗੱਲ ਨਹੀਂ, ਭਈਆਂ ਨੂੰ ਵਸਣ ਦਿਓ ਪੰਜਾਬ ਦੇ ਵਿੱਚ। ਜੇ ਕੋਈ ਸਾਡਾ ਬੱਚਾ ਹਿੰਦੂ ਬਣਦਾ ਉਹਨੂੰ ਬਣਨ ਦਿਓ। ਇੱਦਾਂ ਨਹੀਂ ਹੁੰਦਾ। ਇਹਨੂੰ ਥ੍ਰੈਟ ਦੇ ਵਜੋਂ ਨਾ ਲੈਣਾ ਹੀ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਹੈ। ਤੇ ਅਸੀਂ ਖਾਸ ਕਰਕੇ ਜੇ ਅਸੀਂ ਆਜ਼ਾਦ ਵਾਤਾਵਰਨ 'ਚ ਵਿਚਰ ਰਹੇ ਹੋਈਏ ਨਾ, ਤੇ ਕੋਈ ਸਿੱਖ ਕਵੇ ਵੀ ਮੈਂ ਸਿੱਖੀ ਛੱਡਣੀ ਚਾਹੁੰਦਾ, ਜਾਵੇ ਦਫਾ ਹੋਵੇ, ਜਿੱਥੇ ਜਾਣਾ ਉਹਨੇ। ਪਰ ਇਹ ਬੰਦਿਆਂ ਨੂੰ ਮੈਨੀਪੂਲੇਟ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਮਾਸ ਲੈਵਲ ਦੇ ਉੱਤੇ। ਹੁਣ ਇੱਕ ਪਾਸੇ ਤੁਹਾਡੀ ਜੰਗ ਛਿੜੀ ਆ, ਉਹ 'ਚ ਪਾਪੂਲੇਸ਼ਨ ਦੀ ਵੀ ਗੱਲ ਹੁੰਦੀ ਹੈ। ਹੁਣ ਫਰਜ਼ ਕਰੋ ਆਪਾਂ ਇਲੈਕਟਰਲ ਸਿਸਟਮ ਦੇ ਵਿੱਚ ਵੀ ਵਿਚਰਦੇ ਹਾਂ। ਇਲੈਕਟਰਲ ਸਿਸਟਮ ਦੇ ਵਿੱਚ, ਇਲੈਕਟਰਲ ਪੋਲੀਟਿਕਸ ਦੇ ਵਿੱਚ ਗਿਣਤੀ ਦੀ ਖੇਡ ਆ ਸਾਰੀ। ਹੁਣ ਉੱਥੇ ਕੱਲ੍ਹ ਨੂੰ ਸਿੱਖ ਵਰਸਸ ਇੰਡੀਆ ਸਟੇਟ ਬਣ ਜੇ ਤੇ ਮਾੜੇ ਤੋਂ ਮਾੜਾ ਸਿੱਖ ਵੀ ਤੇ ਸਿੱਖਾਂ ਵੱਲ ਹੀ ਭੁਗਤੂਗਾ ਨਾ। ਵੋਟ ਪਾਉਣ ਦੀ ਜੇ ਗੱਲ ਆ ਜੇ, ਕੋਈ ਬਾਹਰੋਂ ਕੋਈ ਵੱਡੀ ਅਥਾਰਟੀ ਆਣ ਕੇ ਕਵੇ ਵੀ ਚਲੋ ਇੱਥੇ ਵੋਟਾਂ ਪਾਉਣੇ, ਕਿੰਨੇ ਸਿੱਖ ਆ ਕਿੰਨੇ ਨਹੀਂ। ਹੁਣ ਇਹ ਦਾਅਵਾ ਜਿਹੜਾ ਹੈ ਸਿੱਖਾਂ ਨੇ, ਬੇਸ਼ੱਕ ਮੈਂ ਇਹ ਗੱਲ ਤੁਹਾਡੀ ਨਾਲ ਸਹਿਮਤ ਹਾਂ ਵੀ ਜਿਹੜੇ ਅੱਜ ਨਹੀਂ ਕੰਮ ਆ ਰਹੇ ਕੱਲ੍ਹ ਵੀ ਨਹੀਂ ਆਉਣਾ। ਹੁਣ ਇੱਦਾਂ ਦੇ ਬਹੁਤ ਸਿੱਖ ਵੀ ਇਹੋ ਜਿਹੇ ਆ ਜਿਹੜੇ ਸਿੱਖੀ ਨਾਲ ਰਿਲੇਟ ਨਹੀਂ ਕਰਦੇ, ਪਰ ਆਪਾਂ ਉਹਨਾਂ ਨੂੰ ਕਹਿੰਦੇ ਤੁਸੀਂ ਸਿੱਖੀ ਛੱਡ ਕੇ ਦਫਾ ਹੋ ਜਾਓ, ਤੁਸੀਂ ਗੁਰਦੁਆਰੇ ਹੀ ਨਹੀਂ ਆਉਂਦੇ। ਨਹੀਂ, ਮਸਲਾ ਸਿਰਫ ਇੰਨਾ ਹੈ ਵੀ ਤੁਸੀਂ ਇਸ ਥ੍ਰੈਟ ਨੂੰ ਅੰਡਰ ਐਸਟੀਮੇਟ ਕਰ ਰਹੇ ਹੋ। ਤੁਹਾਨੂੰ ਇਹ ਲੱਗ ਰਿਹਾ ਜਦੋਂ ਇੰਪਿਓਰਿਟੀ ਜਿਹੜੀ ਹੈਗੀ ਆ ਬਾਹਰ ਨਿਕਲ ਜਾਊਗੀ ਮੇਰੇ ਖਿਆਲ ਨਾਲ। ਨਹੀਂ, ਕਿੱਦਾਂ ਇੰਪਿਓਰਿਟੀ ਬਾਹਰ ਨਿਕਲ ਜੂਗੀ ਇਹਦੇ ਨਾਲ? ਬਹੁਤ ਸਾਰੀ ਇੰਪਿਓਰਿਟੀ ਜਿਹੜੀ ਸਿੱਖੀਜ਼ਮ ਦੇ ਅੰਦਰ ਹੈਗੀ ਬਾਹਰ। ਮੈਂ ਕਹਿੰਦਾ ਵੀ ਜਿਹੜੇ ਹੁਣ ਦੇਖੋ ਕਰਕੇ ਜਿੱਥੇ ਸਾਰੇ ਪਤਾ ਮੈਂ ਸਪੇਸ 'ਚ ਮੈਨੂੰ ਲੱਗਦਾ ਕਿ ਮੈਂ ਕੁਝ ਜ਼ਿਆਦਾ ਦੇਰ ਨਹੀਂ ਲੈਣਾ ਚਾਹੁੰਦਾ, ਬਿਕੋਜ਼ ਸ਼ਾਇਦ ਕਈ ਵਾਰ ਮੇਰੇ ਤੋਂ ਗੁੱਸਾ ਵੀ ਹੋ ਜਾਂਦੇ ਲੋਕ। ਜਿਵੇਂ ਉੱਧਰ ਜਾ ਰਹੇ ਲੋਕ, ਕਈ ਵਾਰ ਜਿਹੜਾ ਖੂਨ ਆ ਸਿੱਖੀ, ਜਿਹੜਾ ਬਲੱਡ ਹੁੰਦਾ ਨਾ ਜੀ, ਜਿਹੜਾ ਤੁਹਾਡਾ DNA ਆ, ਉਹ ਕਿਤੇ ਨਾ ਕਿਤੇ ਜਾ ਕੇ ਬੋਲਦਾ ਹੈ ਮੇਰੇ ਖਿਆਲ ਨਾਲ, ਜੋ ਮੈਂ ਮਹਿਸੂਸ ਕੀਤਾ। ਬਿਕੋਜ਼ ਮੈਂ ਵੀ ਬਹੁਤ ਹੀ ਮੋਨਾ ਸੀ ਕਈ ਵਾਰ, ਸਾਡੇ ਫੈਮਿਲੀ 'ਚ ਵੀ ਕਈ ਵਾਰ ਕਿਤੇ ਨਾ ਕਿਤੇ ਆਪਾਂ ਇੱਧਰ ਉੱਧਰ ਜਾਂਦੇ ਹੁੰਦੇ ਸੀਗੇ, ਬਟ ਫਿਰ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਉਹ ਚੀਜ਼ਾਂ ਆਪਣੇ ਆਪ ਹੀ ਤੁਸੀਂ ਖਿੱਚ ਤੁਹਾਨੂੰ ਮਹਿਸੂਸ ਕਰਦੇ। ਜਿਹੜਾ ਖੂਨ ਆ, ਖੂਨ ਨੂੰ ਆਵਾਜ਼ਾਂ ਮਾਰਦਾ ਹੈ, ਅਤੇ ਉੱਥੇ ਜਾ ਕੇ ਫਿਰ ਚੀਜ਼ਾਂ ਹੁੰਦੀਆਂ ਨੇ। ਬਿਕੋਜ਼ ਮੈਂ ਕਾਫੀ ਲੋਕ ਮੈਨੂੰ ਸ਼ਾਇਦ, ਜੇ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਹੈ ਤੁਹਾਨੂੰ, ਜੇ ਤੁਹਾਡੇ ਮਾਂ ਪਿਓ ਕ੍ਰਿਸਚਨ ਬਣ ਜਾਂਦੇ, ਤੁਸੀਂ ਸਿੱਖੀ ਵੱਲ ਜਾ ਸਕਦੇ? ਹਾਂਜੀ, ਜੇ ਤੁਹਾਡੇ ਮਾਂ ਪਿਓ ਕ੍ਰਿਸਚਨ ਬਣ ਜਾਂਦੇ ਤੁਸੀਂ ਸਿੱਖੀ ਵੱਲ ਜਾ ਸਕਦੇ ਸੀ? ਨਹੀਂ, ਮੈਨੂੰ ਆਵਾਜ਼ ਮਾਰਦੀ ਬਿਲਕੁਲ ਸਿੱਖੀਜ਼ਮ ਮੈਨੂੰ ਨਹੀਂ। ਕਿੱਦਾਂ ਮਾਰਦੀ ਆਵਾਜ਼ ਤੁਹਾਨੂੰ? ਤੁਹਾਡਾ ਪੈਦਾਇਸ਼ੀ, ਤੁਹਾਡਾ ਬਚਪਨ ਚਰਚਾਂ ਲੰਘਦਾ, ਫਿਰ ਠੀਕ ਹੈ ਮੈਂ ਤੁਹਾਨੂੰ ਐਗਜ਼ਾਮਪਲ, ਤੁਹਾਨੂੰ ਸਬਜੈਕਟ ਮੰਨ ਲੈਂਦੇ ਆ। ਤੁਹਾਡੇ ਵਰਗੇ 100 ਬੱਚੇ ਆ, ਠੀਕ ਹੈ, ਜਿਹੜੇ ਸਿੱਖਾਂ ਦੇ ਘਰਾਂ 'ਚ ਪੈਦਾ ਹੋਏ, ਜਿਨ੍ਹਾਂ ਦੇ ਘਰਾਂ 'ਚ ਸਿੱਖੀ ਘੱਟ ਸੀ ਪਰ ਹੈ ਸਿੱਖ ਸੀ, ਅਲਟੀਮੇਟਲੀ ਉਹ ਕੋਈ ਦੂਜੇ ਧਰਮ 'ਚ ਨਹੀਂ ਸੀ ਹੈਗੇ, ਉਹ ਨਸ਼ਿਆਂ 'ਚ ਗਏ, ਸਾਰਾ ਕੁਝ, ਉਹ ਮੁੜ ਕੇ ਸਿੱਖੀ ਵੱਲ ਆ ਗਏ। ਹੁਣ ਜੇ ਉਹ 100 ਬੱਚਿਆਂ ਦੇ ਮਾਂ ਪਿਓ ਕਨਵਰਟਡ ਹੁੰਦੇ ਕ੍ਰਿਸਚਨ, ਉਹ 100 ਬੱਚਿਆਂ 'ਚੋਂ ਕਿੰਨੇ ਬੱਚੇ ਜਿਹੜੇ ਸਿੱਖੀ ਵੱਲ ਆਉਂਦੇ? ਪੁਆਇੰਟ ਤਾਂ ਹੈ ਜੀ। ਗੱਲ ਪਤਾ ਕੀ ਹੈ, ਪ੍ਰੋਬਲਮ ਕੀ ਹੈ? ਤੁਸੀਂ ਜਿਹੜਾ এনवायरमेंट ਹੈ, ਤੁਸੀਂ ਦੱਸੋ
ਵੀ ਇੱਕ ਜਗ੍ਹਾ ਜਿਹੜੀ ਅੰਡਰਸਟੈਂਡਿੰਗ ਹੈ ਨਾ ਕਲਚਰਲ ਇੱਕ ਪੈਦਾ ਕਰ ਦੇਣੀ ਇੱਕ ਚੀਜ਼ ਇਨਵਾਇਰਮੈਂਟ ਨੂੰ ਪੈਦਾ ਕਰ ਦੇਣਾ। ਜਿਵੇਂ ਹੁਣ ਚੀਨ ਦੇ ਵਿੱਚ ਹੈ ਰਾਈਟ ਕੀ ਹੈ ਰੋਂਗ ਕੀ ਹੈ ਇਹਦੀ ਡੈਫੀਨੇਸ਼ਨ ਤੇ ਕਲਚਰ ਹੀ ਘਟਦਾ ਹੈ ਨਾ। ਹੁਣ ਚੀਨ ਦੇ ਵਿੱਚ ਇੱਕ ਆਮ ਧਾਰਨਾ ਵੀ ਕੁੱਤੇ ਉੱਥੇ ਮਾਰ ਕੇ ਲੋਕ ਖਾ ਜਾਂਦੇ ਆ। ਪਰ ਕੁਛ ਚੀਜ਼ਾਂ ਮੈਂ ਜਦੋਂ ਸਾਡੇ ਸਾਡੇ ਜਿਹੜੇ ਲੋਕ ਆ ਕੈਨੇਡਾ ਅਮਰੀਕਾ ਗਏ ਆ, ਮੈਂ ਉੱਥੇ ਮੈਂ ਕੀ ਸੋਚਦਾ ਹੈ ਕਿ ਉੱਥੇ ਜਾ ਕੇ ਸਿੱਖੀਜ਼ਮ ਮੈਂ ਕਹਿੰਦਾ ਜ਼ਿਆਦਾ ਉਹਨਾਂ ਨੇ ਚੰਗੇ ਤਰੀਕੇ ਨਾਲ ਆਪਣੇ ਆਪ ਨੂੰ ਅਪਣਾਇਆ ਹੈ ਇੱਥੇ ਇੰਡੀਆ ਨਾਲ। ਨਹੀਂ ਇਹ ਤੁਹਾਡੀ ਇਹ ਭਾਜੀ ਤੁਸੀਂ ਗਲਤ ਜੋ ਅੰਮ੍ਰਿਤ ਸਾਹਿਬ ਜੀ। ਉਹ ਭਾਜੀ ਇੱਕ ਮਿੰਟ ਚੁੱਪ ਕਰ ਜਾਓ, ਕੋਈ ਗੱਲ ਨਹੀਂ। ਮੈਂ ਗਲਤ ਹੋਊਂਗਾ ਤੇ ਕੋਈ ਮੈਨੂੰ ਕਿਹੜਾ ਸਰਟੀਫਿਕੇਟ ਮਿਲ ਜਾਣਾ ਸਹੀ ਹੋਣ ਦਾ ਤੁਹਾਨੂੰ ਗਲਤ ਹੋਣ ਦਾ। ਯਾਰ ਤੁਸੀਂ ਨਾ ਜਿਹੜਾ ਡਿਸਟਰਬ ਕਰਦਾ ਬੰਦਾ ਥੱਲੇ ਲਾਓ। ਯਾਰ ਤੁਹਾਨੂੰ ਅਕਲ ਨਹੀਂ ਹੈਗੀ ਯਾਰ, ਬੰਦਾ ਜਿਹੜਾ ਗੱਲ ਕਰਨ ਡਿਆ ਉਹ ਗੱਲ ਕਰੇ, ਤੁਹਾਨੂੰ ਫਿਰ ਦੁਬਾਰਾ ਉੱਪਰ ਚੁੱਕਿਆ। ਤੁਹਾਡੀ ਜਦੋਂ ਵਾਰੀ ਆਉਂਦੀ ਉਦੋਂ ਸਵਾਲ ਕਰੋ, ਤੁਸੀਂ ਵਿੱਚ ਬੋਲਣ ਲੱਗ ਜਾਂਦੇ ਵੀਰ ਮੇਰਾ। ਸਾਡੇ ਸਾਰਿਆਂ ਦੀ ਵਾਰੀ ਆਊਗੀ। ਦੇਖੋ ਕੀ ਹੈ ਕੈਨੇਡਾ ਅਮਰੀਕਾ ਦੀ ਤੁਹਾਨੂੰ ਮੈਂ ਗੱਲ ਦੱਸ ਦਿੰਦਾ। ਮਾਡਰਨ ਸਿੱਖੀ ਦੀ ਡੈਫੀਨੇਸ਼ਨ ਹੈ ਕਿ ਤੁਹਾਨੂੰ ਬਹੁਤ ਸੈਕੂਲਰ ਹੋਣਾ ਚਾਹੀਦਾ, ਤੁਹਾਨੂੰ ਬਹੁਤ ਜ਼ਿਆਦਾ ਗਿਵਰ ਹੋਣਾ ਚਾਹੀਦਾ। ਤੁਸੀਂ ਕੋਈ ਪਰਵਾਹ ਨਾ ਕਰੋ ਕਿ ਤੁਹਾਡੇ ਮੂੰਹ ਤੇ ਚਪੇੜ ਮਾਰਦਾ ਤੁਸੀਂ ਗਾੜੀ ਨੂੰ ਕਹੋ ਵੀ ਠੀਕ ਹੈ ਜੀ। ਮਾਡਰਨ ਸਿੱਖੀ ਦੀ ਡੈਫੀਨੇਸ਼ਨ ਇਹ ਹੈ ਜਿਹਨੂੰ ਵੈਸਟ ਐਕਸੈਪਟ ਕਰਦਾ। ਜਿਹੜੇ ਬਹੁਤੇ ਸਿੱਖ ਆ ਉੱਥੇ ਜਾ ਕੇ ਇਹ ਬਣ ਗਏ। ਉਹਨਾਂ ਚੋਂ ਬਹੁਤ ਘੱਟ ਸਿੱਖਾਂ ਦੇ ਬੱਚੇ ਆ ਜਿਹੜੇ ਬੱਚੇ ਪੂਰਨ ਤੌਰ ਤੇ ਸਿੱਖ ਆ, ਜਿਹੜੇ ਜਿਨ੍ਹਾਂ ਦੀ ਚੀਜ਼ਾਂ ਦੇ ਉੱਤੇ ਟੇਕ ਕੀ ਆ। ਹੁਣ ਉੱਥੇ ਬਹੁਤੇ ਸਿੱਖ ਪਰਿਵਾਰ, ਮੈਜੋਰਿਟੀ ਆਫ ਸਿੱਖ ਪਰਿਵਾਰ ਲਿਬਰਲਸ ਤੇ ਜਿਹੜੇ ਦੂਜੀ ਆਈਡੀਓਲੋਜੀ ਆ, ਜਿਹੜੇ ਆਪਾਂ ਡੈਮੋਕ੍ਰੇਟਸ ਇਹਨਾਂ ਦੇ ਨਾਲ ਜੁੜੇ ਆ। ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਇਹ ਵੀ ਉਹ ਵਾਈਡਰ ਤੌਰ ਦੇ ਉੱਤੇ ਉਸ ਸੈਕੂਲਰਿਜ਼ਮ ਦੀ ਜਿਹੜੀ ਡੈਫੀਨੇਸ਼ਨ ਉਹ ਆਪਣੇ ਆਪ ਨੂੰ ਸਿਮੂਲੇਟ ਕਰ ਚੁੱਕੇ ਆ। ਵੇਖਣ ਨੂੰ ਉਹ ਸਿੱਖ ਲੱਗ ਸਕਦੇ ਆ ਕਿਉਂਕਿ ਉੱਥੇ ਨਾ ਜਿਹੜੀ ਇੱਕ ਉੱਥੇ ਵੈਸਟ ਦੇ ਵਿੱਚ ਕੀ ਹੈ, ਵੈਸਟ ਦੇ ਵਿੱਚ ਇੱਕ ਚੀਜ਼ ਹੋਈ ਹੈ ਪਿਛਲੇ 25-30-50 ਸਾਲ ਦੇ ਵਿੱਚ ਵੀ ਜਿਹੜੀ ਵਾਈਟ ਸੁਪਰੀਮੇਸੀ ਸੀ, ਵੀ ਜਿਹੜਾ ਗੋਰੇ ਲੋਕ ਆ ਸੋਹਣੇ ਆ ਦੂਜੇ, ਉਹਨੂੰ ਢਾਹ ਲੱਗੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ। ਉਹ ਕਾਲਿਆਂ ਦਾ ਇੱਕ ਸਟਰਗਲ ਸੀ ਜਿਹੜੀ ਉਹਨਾਂ ਨੇ ਕੀਤੀ ਹੈ। ਉਹਦੇ ਤੌਰ ਤੇ ਆ ਵੀ ਉੱਥੇ ਜਿਹੜੀ ਆਹ ਚੀਜ਼ ਹੈ ਵੀ ਬੰਦੇ ਨੇ ਕਿਸੇ ਨੇ ਕੇਸ ਰੱਖਿਆ ਤੇ ਉਹਨੂੰ ਡਿਸਕ੍ਰਿਮੀਨੇਟ ਕਰਨਗੇ ਲੋਕ ਵੀ ਤੂੰ ਸੋਹਣਾ ਨਹੀਂ ਲੱਗਦਾ ਜਾਂ ਪਲਾਂਟਿੰਗ। ਇਹ ਗੱਲ ਉੱਥੇ ਘੱਟ ਹੈ ਪੰਜਾਬ ਨਾਲੋਂ। ਹੁਣ ਇਸ ਕਰਕੇ ਉੱਥੇ ਲੋਕਾਂ ਤੇ ਇਹ ਪ੍ਰੈਸ਼ਰ ਨਹੀਂ ਹੈਗਾ ਵੀ ਤੁਸੀਂ ਕੇਸ ਕਤਲ ਕਰਾ ਲਓ ਆਪਣੇ। ਬਹੁਤ ਘੱਟ ਲੋਕਾਂ ਤੇ ਇਹ ਪ੍ਰੈਸ਼ਰ ਹੋਊਗਾ ਕਿਉਂਕਿ ਉੱਥੇ ਜਿਹੜੀ ਰਿਲੇਸ਼ਨਸ਼ਿਪ ਤੋਂ ਲੈ ਕੇ ਜਿਹੜੀ ਦੂਜੀ ਰਿਕੁਆਇਰਮੈਂਟ ਦਾ ਕ੍ਰਾਈਟੇਰੀਆ ਉਹਦੇ ਚੀਜ਼ਾਂ ਬਹੁਤੀ ਥਾਂ ਤੇ ਆਉਂਦੀਆਂ ਨਹੀਂ, ਬੈਰੀਅਰ ਨਹੀਂ ਬਣਦੀਆਂ। ਹੁਣ ਪੰਜਾਬ 'ਚ ਇਹ ਗੱਲ ਉਲਟੀ ਹੈ। ਪੰਜਾਬ 'ਚ ਕਲਚਰਲ ਮਾਹੌਲ ਪੈਦਾ ਕੀਤਾ ਗਿਆ, ਕਲਚਰ ਪੈਦਾ ਕੀਤਾ ਜਿਹਦੇ 'ਚ ਇੱਕ ਰਿਕੁਆਇਰਮੈਂਟ ਹੈ ਵੀ ਜਿਹੜੇ ਬੰਦੇ ਨੇ ਕੋਈ ਰਿਲੇਸ਼ਨਸ਼ਿਪ ਰੱਖਣੀ ਹੈ, ਕੋਈ ਬੰਦੇ ਨੇ ਕੁਛ ਆਹ ਕਰਨਾ, ਉਹਦੇ ਲਈ ਇਹ ਜ਼ਰੂਰੀ ਹੈ ਵੀ ਉਹ ਬੰਦਾ ਜਿਵੇਂ ਗਾਣਿਆਂ 'ਚ ਕਲਾਕਾਰ ਇੱਦਾਂ ਤੁਰੇ ਫਿਰਦੇ ਨੇ ਮੂੰਹ ਸਿਰ ਮਨਾ ਕੇ ਉੱਦਾਂ ਤੁਰਿਆ ਫਿਰੇ। ਇਹ ਇੱਕ ਬੇਸਿਕ ਇੱਕ ਆਈਡੀਓਲੋਜੀ ਹੈ ਜਿਹੜੀ ਇੱਥੇ ਪੰਜਾਬ 'ਚ ਅਪਣਾਈ ਜਾਂਦੀ ਹੈ ਲੋਕਾਂ ਵੱਲੋਂ। ਹੁਣ ਜਿਹੜੀ ਤੁਸੀਂ ਗੱਲ ਕਰਦੇ ਵੀ ਲੋਕ ਉੱਥੇ ਜ਼ਿਆਦਾ ਸਿੱਖੀ ਨਾਲ ਜੁੜੇ ਆ, ਮੈਂ ਇਹ ਗੱਲ ਕਰਦਾ ਵੀ ਉੱਥੇ ਲੋਕ ਅਸਿਮੀਲੇਟ ਹੋਏ ਆ ਵੈਸਟਰਨ ਆਈਡੀਓਲੋਜੀ ਦੇ ਵਿੱਚ। ਉੱਥੇ ਉਹਨਾਂ ਦੀ ਸਿੱਖੀ ਨੂੰ ਉਸ ਤਰੀਕੇ ਨਾਲ ਥ੍ਰੈਟ ਨਹੀਂ ਮਿਲ ਰਿਹਾ। ਭਾਵ ਉੱਥੇ ਉਹਨਾਂ ਨੂੰ ਸਿੱਖ ਜਿਹੜਾ ਵੈਸਟ 'ਚ ਚੱਲ ਗਿਆ ਸਿੱਖ ਹੈ ਜਿਹੜੀ ਦੂਜੀ ਪੀੜ੍ਹੀ ਉਹ ਕੀ ਕਰੂਗੀ ਉੱਥੇ? ਮੈਨੂੰ ਸਮਝਾਓ ਤੁਸੀਂ। ਜੇ ਵੈਸਟ ਦੇ ਸਿੱਖ ਅੱਜ ਠੀਕ ਹੈ, ਉੱਥੇ ਬਹੁਤ ਚੰਦ ਬੰਦੇ ਆ ਜਿਹੜੇ ਆਈਡੀਓਲੋਜੀ ਨਾਲ ਪ੍ਰੋਪਰਲੀ ਜੁੜ ਗਏ ਆ, ਜਿਨ੍ਹਾਂ ਨੇ ਅੰਡਰਸਟੈਂਡ ਕੀਤਾ ਵੀ ਜਿਹੜਾ ਸਾਡੀ ਪ੍ਰੋਬਲਮ ਖਾਲਿਸਤਾਨ ਸਾਨੂੰ ਚਾਹੀਦਾ ਹੈ ਉਹ ਸਾਨੂੰ ਮਿਲਣਾ ਜ਼ਰੂਰੀ ਹੈ, ਸਾਰਾ ਕੁਝ ਅੰਡਰਸਟੈਂਡ ਕਰ ਲਿਆ। ਬਹੁਤ ਲਿਮਿਟਡ ਬੰਦੇ ਆ। ਨਹੀਂ ਤਾਂ ਤੁਸੀਂ ਵੇਖੋ ਵੀ ਜਿਵੇਂ ਕਿਸਾਨੀ ਮੂਵਮੈਂਟ ਉੱਠੀ, ਫਾਰਮਰਸ ਰਾਈਟ ਪ੍ਰੋਟੈਸਟ, ਉਹ ਸਾਰਾ ਕੁਝ ਹੋਈ ਗੱਲਬਾਤ, ਸਾਰਾ ਵੈਸਟਰਨ ਡਾਇਸਪੋਰਾ ਜਿਹੜਾ ਸੀ ਉਹ ਆਣ ਕੇ ਜੁੜ ਗਿਆ। ਪਰ ਜਦੋਂ ਹੁਣ ਖਾਲਿਸਤਾਨ ਦੀ ਗੱਲ ਉੱਠਦੀ ਹੈ ਉਦੋਂ ਉਹ ਚੁੱਪ ਕਰ ਜਾਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜਿਹੜੀ ਵਰਲਡ ਵਾਈਡ ਸਕੇਲ ਹੈ ਇਹਦੇ ਤੇ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਹੈ ਇਹ ਟੈਰਰਿਜ਼ਮ ਨਾਲ ਜੋੜ ਦਿੱਤੀ ਗਈ ਹੈ, ਇਸ ਕਰਕੇ ਅਸੀਂ ਇਹਦਾ ਪਾਰਟ ਨਹੀਂ ਬਣ ਸਕਦੇ ਅੰਟਿਲ ਅਨਲੈਸ ਸਾਨੂੰ ਕੋਈ ਅਥਾਰਟੀ ਮਿਲਦੀ ਹੈ ਵੈਸਟ ਵੱਲੋਂ। ਸਪੈਸ਼ਲੀ ਜਿਵੇਂ ਬਹੁਤਿਆਂ ਨੇ ਲਿਖਿਆ ਫ੍ਰੀ ਪੈਲਸਟਾਈਨ ਆਪਣੀ ਬਾਇਓ 'ਚ, ਬਹੁਤੇ ਸਿੱਖਾਂ ਦੇ ਨਿਆਣੇ ਨੇ, ਉਹਨਾਂ ਫ੍ਰੀ ਖਾਲਿਸਤਾਨ ਨਹੀਂ ਲਿਖਿਆ, ਨਾ ਲਿਖਣਗੇ ਏਡੀ ਛੇਤੀ, ਨਾ ਫ੍ਰੀ ਪੰਜਾਬ ਲਿਖਦੇ ਨੇ। ਉਹ ਬਹੁਤਿਆਂ ਦੀ ਗੱਲ ਕਰਦਾ ਮੈਂ, ਮੈਜੋਰਿਟੀ ਦੀ। ਮੈਂ ਉਹਨਾਂ ਚੰਦ ਬੰਦੇ ਦੀ ਗੱਲ ਨਹੀਂ ਕਰਦਾ। ਉਹ ਚੰਦ ਬੰਦੇ ਤੇ ਜਿਹੜਾ ਇਹ ਫਲਕਚੁਏਸ਼ਨ ਹੈ ਉਹ ਸਾਰੇ ਥਾਂ ਤੇ ਹੁੰਦੀ, ਉਹ ਛੱਡ ਦਿਓ ਤੁਸੀਂ। ਜਿਹੜੇ ਮੈਜੋਰਿਟੀ ਉਹ ਬੰਦੇ ਆ, ਉਹ ਬੰਦੇ ਉੱਥੇ ਫ੍ਰੀ ਪੰਜਾਬ ਨਹੀਂ ਲਿਖਦੇ। ਕਿਉਂ ਨਹੀਂ ਲਿਖਦੇ? ਫ੍ਰੀ ਪੈਲਸਟਾਈਨ ਲਿਖਦੇ ਕਿਉਂਕਿ ਜਿਹੜਾ ਫ੍ਰੀ ਪੈਲਸਟਾਈਨ ਦੀ ਆਈਡੀਓਲੋਜੀ ਆ, BLM ਆ, ਬਲੈਕ ਲਾਈਫ ਮੈਟਰ, ਇਹ ਸਾਰਾ ਕੁਝ ਉੱਥੋਂ ਦੇ ਐਕਟੀਵਿਜ਼ਮ ਨੇ ਐਕਸੈਪਟ ਕੀਤਾ ਤੇ ਖਾਸ ਕਰਕੇ ਡੈਮੋਕ੍ਰੇਟ ਲੈਫਟ ਤੇ ਲਿਬਰਲ ਆਈਡੀਓਲੋਜੀ ਨੇ। ਹੁਣ ਉਹ ਬੰਦੇ ਜਿਹੜੇ ਜਗਮੀਤ ਸਿੰਘ ਵਰਗੇ ਬੰਦੇ ਆ, ਸਿੱਖੀ ਨੂੰ ਇਹਨਾਂ ਦਾ ਕੀ ਫਾਇਦਾ? ਜਗਮੀਤ ਸਿੰਘ ਉੱਥੇ LGBTQ ਵੀ ਕਰਦਾ ਹੈ, ਸਾਰਾ ਕੁਝ ਕਰਦਾ ਹੈ, ਸਾਰਾ ਉਹ ਕਹਿੰਦੇ ਵੀ ਅਸੀਂ ਇਟਸ ਆਲ ਅਬਾਊਟ ਐਕਸੈਪਟੈਂਸ, ਅਸੀਂ ਐਕਸੈਪਟ ਕਰਨ ਨੂੰ ਦੁਨੀਆ ਨੂੰ ਤਿਆਰ ਹੈ। ਕਿਵੇਂ ਭਈ? ਜੇ ਕੋਈ ਗੁਰੂ ਨੂੰ ਮਨਜ਼ੂਰ ਨਹੀਂ, ਤੁਸੀਂ ਕਿਵੇਂ ਐਕਸੈਪਟ ਕਰੋਗੇ ਉਹਨੂੰ? ਬਟ ਉੱਥੇ ਸਾਰਾ ਕੁਝ ਫੇਲ ਹੈ। ਸੋ ਆਪਾਂ ਉੱਥੇ ਸਿਰਫ ਸਰੂਪਾਂ ਤੇ ਨਾ ਜਾਈਏ ਵੀ ਬੰਦਿਆਂ ਦੇ ਸਰੂਪ ਇਹ ਹੈ। ਜਿਹੜੀਆਂ ਦਾੜੀਆਂ ਰੱਖਣ ਵਾਲੇ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ
ਤੁਸੀਂ ਖਾਲਿਸਤਾਨ ਲਓ, 6 ਮਹੀਨੇ ਸਾਰਾ ਕੁਝ ਹੋ ਜਾਊਗਾ। 6 ਮਹੀਨਿਆਂ ਦੇ ਵਿੱਚ ਪੰਜਾਬ 'ਚੋਂ ਪਤਤਪਣਾ ਖਤਮ ਹੋ ਜਾਊ ਆਲਮੋਸਟ, ਤੇ ਨਨ ਤੱਕ ਪਹੁੰਚ ਜਾਊ। ਕਿਉਂਕਿ ਮਾਹੌਲ ਕੀ ਪੈਦਾ ਹੋਣਾ, ਮਾਹੌਲ ਇਹ ਪੈਦਾ ਹੋਣਾ ਵੀ ਤੁਸੀਂ ਅਰਬ 'ਚ ਜਾ ਕੇ ਕਿਸੇ ਵੀ ਕੰਟਰੀ 'ਚ ਚਲ ਜਾਓ, ਅਰਬ 'ਚ ਉੱਥੋਂ ਦੇ ਜਿਹੜੇ ਅਰਬੀ ਲੋਕ ਹੈ, ਲੋਕਲ ਲੋਕ ਹੈ, ਉਹ ਆਪਣੀ ਟ੍ਰੈਡੀਸ਼ਨਲ ਡਰੈਸ ਪਾਉਂਦੇ ਆ ਤੇ ਸਿਰ ਤੇ ਤੰਦੂਰਾ ਪਾ ਕੇ ਤੇ ਸਿਰ ਤੇ ਰੱਖਦੇ ਆ ਆਪਣੇ, ਹਨਾ। ਹੁਣ ਅੱਜ ਤੋਂ 50-100 ਸਾਲ ਪਹਿਲਾਂ ਉਹ ਜਿਹੜੀ ਡਰੈਸ ਸੀ ਉਹ ਇੱਕ ਗੁਲਾਮੀ ਦਾ ਪ੍ਰਤੀਕ ਸੀ, ਵੀ ਉਹ ਉੱਥੇ ਇੰਗਲਿਸ਼ ਸੂਟ ਜੇ ਉਹ ਪਾਉਣ ਦਾ ਜਿਹੜਾ ਰਿਵਾਜ ਸੀ। ਪਰ ਅੱਜ ਉਹ ਬਿਜ਼ਨਸ ਪ੍ਰੋਫੈਸ਼ਨਲ ਮੀਟਿੰਗ 'ਚ ਕਿਤੇ ਵੀ ਜਾਣ ਦੁਨੀਆ ਦੇ ਵਿੱਚ, ਚਾਹੇ ਉਹ ਯੂਰਪ 'ਚ ਹੋਣ, ਇੰਗਲੈਂਡ 'ਚ ਹੋਣ, ਆਪਣਾ ਅਮਰੀਕਾ ਕੈਨੇਡਾ 'ਚ ਹੋਣ, ਉਹ ਆਪਣੀ ਉਹ ਡਰੈਸ ਪਾ ਕੇ ਬਿਜ਼ਨਸ ਮੀਟਿੰਗ 'ਚ ਜਾਂਦੇ ਆ, ਸਾਰਾ ਕੁਛ ਕਰਦੇ। ਹੁਣ ਜਦੋਂ ਆਪਣੇ ਸਾਹਮਣੇ ਕੋਈ ਉਹ ਡਰੈਸ ਪਾ ਕੇ ਆਉਂਦਾ, ਆਪਾਂ ਨੂੰ ਲੱਗਦਾ ਇਹ ਬੰਦਾ ਰੋਇਲ ਹੈ। ਕਿਉਂ ਲੱਗਦਾ? ਹਰ ਬੰਦਾ ਰੋਇਲ ਤੇ ਨਹੀਂ ਹੈਗਾ ਉੱਥੇ, ਪਰ ਸਾਡੀ ਸੈਂਸ ਜੁੜ ਗਈ ਆ ਵੀ ਇਹ ਲੋਕ ਜਿਹੜੇ ਆਜ਼ਾਦ ਆ, ਇਹਨਾਂ ਕੋਲ ਪੈਸਾ ਬਹੁਤ ਹੈ। ਸਾਡੀ ਇਹ ਸੈਂਸ ਬਣ ਗਈ ਹੈ। ਹੁਣ ਇਹ ਸੈਂਸ ਜਿਹੜੀ ਹੁੰਦੀ ਹੈ ਨਾ, ਇਹ ਪ੍ਰੋਬਲਮ ਹੈ ਸਾਡੇ ਵਾਸਤੇ। ਸਾਨੂੰ ਇਹ ਅੰਡਰਸਟੈਂਡ ਨਹੀਂ ਕਰ ਪਾ ਰਹੇ ਅਸੀਂ ਵੀ ਜਿਹੜਾ ਸਾਡਾ ਸਰੂਪ ਹੈ, ਜਿਹੜੇ ਸਾਡੇ ਦਾੜੀ ਨੇ, ਸਾਡੇ ਕੇਸ ਨੇ, ਇਹਨਾਂ ਨੂੰ ਉਹਨਾਂ ਨੇ ਗੁਲਾਮ ਲੋਕਾਂ ਦੇ ਨਾਲ ਜੋੜਤਾ। ਇਹਨਾਂ ਨੂੰ ਉਹਨਾਂ ਨੇ ਲੈਸ ਇੰਟੈਲੈਕਚੁਅਲ ਲੋਕਾਂ ਦੇ ਨਾਲ ਜੋੜਤਾ। ਉਹਨਾਂ ਨੇ ਇਹ ਮਾਹੌਲ ਪੈਦਾ ਕਰਤਾ ਵੀ ਇਹ ਬੰਦੇ ਸੋਹਣੇ ਨਹੀਂ ਲੱਗਦੇ। ਹਾਲਾਂਕਿ ਸੋਹਣੇ ਲੱਗਣਾ ਜਾਂ ਨਾ ਲੱਗਣਾ ਤੇ ਇੱਕ ਇਹ ਵੀ ਇੱਕ ਮਾਸ ਮੂਵਮੈਂਟ ਦੇ ਉੱਤੇ ਖੜਾ ਹੁੰਦਾ ਹੈ। ਫੋਰ ਐਗਜ਼ਾਮਪਲ, ਇਹਦੀ ਇੱਕ ਸਭ ਤੋਂ ਵੱਡੀ ਐਗਜ਼ਾਮਪਲ ਇਹ ਹੈ, ਫੈਸ਼ਨ ਦੀ ਤੁਸੀਂ ਲੈ ਲਓ। ਅੱਜ ਤੁਸੀਂ ਕਿਸੇ ਨੂੰ ਖੁੱਲੀਆਂ ਪੈਂਟਾਂ ਪਾ ਕੇ ਤੁਰੇ ਫਿਰਦੇ ਨੂੰ ਵੇਖੋਗੇ, ਜਿਹੜੇ 80s ਦੀਆਂ ਫੋਟੋਆਂ ਚੱਕ ਕੇ ਦੇਖ ਲਓ, ਤੁਹਾਨੂੰ ਲੱਗੂਗਾ ਕੀ ਜਲੂਸ ਕੱਢਿਆ ਇਹਨਾਂ ਨੇ। ਪਰ ਉਦੋਂ ਜੇ ਅੱਜ ਵਾਲਾ ਪਹਿਰਾਵਾ ਪਾਇਆ ਹੁੰਦਾ ਤੇ ਉਦੋਂ ਜਲੂਸ ਲੱਗਣਾ ਸੀ। ਸੋ ਇਹਦਾ ਮਤਲਬ ਹੈ ਬੰਦਾ ਇਹਦੇ ਲਈ ਨਾ ਕੁਛ ਕਲਚਰਸ ਦੇ ਵਿੱਚ ਕੁੜੀਆਂ ਦੇ ਜਿਹੜੇ ਆਈਬ੍ਰੋਜ਼ ਆ ਉਹ ਜੁੜੇ ਹੋਣ ਤੇ ਉਹਨੂੰ ਜ਼ਿਆਦਾ ਸੋਹਣਾ ਮੰਨਿਆ ਜਾਂਦਾ ਹੈ। ਕੁਛ ਕਲਚਰ ਦੇ ਵਿੱਚ ਅਫਰੀਕਾ 'ਚ ਕੁਛ ਕਲਚਰਸ ਆ ਜਿੱਥੇ ਕੁੜੀਆਂ ਆਪਣੀ ਧੌਣ ਦੇ ਵਿੱਚ ਉਹ ਨਾ ਨੈਕ ਰਿੰਗਸ ਪਾਈ ਜਾਂਦੀਆਂ ਤੇ ਧੌਣ ਲੰਮੀ ਕਰ ਲੈਣੀ ਬਹੁਤ ਜ਼ਿਆਦਾ ਲੋੜ ਤੋਂ, ਜਿਹੜੀ ਵੈਸੇ ਵੀ ਮਾੜੀ ਹੈ ਸਿਹਤ ਵਾਸਤੇ, ਉਹ ਸੋਹਣਾ ਮੰਨਿਆ ਜਾਂਦਾ ਹੈ। ਕੁਛ ਕਲਚਰਸ ਦੇ ਵਿੱਚ ਜਿਹੜਾ ਵਾ ਕੰਨਾਂ ਨੂੰ ਵਿੰਨ ਕੇ ਤੇ ਲੰਮੇ ਕਰ ਲੈਣਾ ਸੋਹਣਾ ਮੰਨਿਆ ਜਾਂਦਾ ਹੈ। ਸੋ ਜਿਹੜੀ ਬਿਊਟੀ ਦੀ ਡੈਫੀਨੇਸ਼ਨ ਹੈ, ਇਹ ਵੀ ਪਾਵਰਫੁਲ ਕਲਚਰ ਡਿਸਾਈਡ ਕਰਦਾ ਹੈ। ਇਹ ਅਸੀਂ ਅੰਡਰਸਟੈਂਡ ਕਰ ਲਈਏ ਵੀ ਇਹ ਜਿਹੜਾ ਸਾਰਾ ਕੁਝ ਵਾਪਰਿਆ, ਪੰਜਾਬ ਦੇ ਲੋਕ ਬੇਸਿਕਲੀ, ਪੰਜਾਬ ਦੇ ਜਿਹੜੇ ਸਿੱਖ ਨੌਜਵਾਨ ਨੇ, ਬੇਸ਼ੱਕ ਉਹ ਨਸ਼ਈ ਹੋ ਸਕਦੇ ਨੇ, ਬੇਸ਼ੱਕ ਉਹ ਜਿਹੜਾ ਸਾਡਾ ਕਲਚਰਲ ਜੈਨੋਸਾਈਡ ਸੀ, ਗਾਣੇ ਗੂਣੇ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਗਲਤ ਕੰਮਾਂ 'ਚ ਹੋ ਸਕਦੇ ਨੇ। ਪਰ ਜੇ ਆਪਾਂ ਉਹਨਾਂ ਦੀ ਰਜਿਸਟੈਂਸ ਦੀ ਗੱਲ ਕਰੀਏ, ਲੜਨ ਦੀ क्षमता ਦੀ ਗੱਲ ਕਰੀਏ, ਤਾਂ ਵੈਸਟ ਦੇ ਸਿੱਖਾਂ ਨਾਲੋਂ ਕਿਤੇ ਜ਼ਿਆਦਾ ਹੈ। ਮਤਲਬ ਵੈਸਟ ਦਾ ਸਿੱਖ ਹਥਿਆਰ ਤੋਂ ਇੰਨਾ ਭੱਜਦਾ ਹੈ ਵੀ ਉੱਥੇ ਜਿਹੜੇ ਅਮਰੀਕਾ 'ਚ ਗਨ ਕੰਟਰੋਲ ਦੀ ਗੱਲ ਹੋ ਰਹੀ ਹੈ, ਉੱਥੇ ਭੱਜ ਕੇ ਸਾਡੇ ਸਿੱਖ ਅਗਾਂਹ ਹੁੰਦੇ ਆ, ਹਾਂਜੀ ਗਨ ਕੰਟਰੋਲ ਹੋਣਾ ਚਾਹੀਦਾ। ਜੇ ਉੱਥੇ ਵੈਸਟ ਨੇ ਕਹਿਤਾ ਵੀ ਅਬੋਰਸ਼ਨ ਜਿਹੜਾ ਵਾ ਇਹ ਬੈਨ ਕਰ ਦਿਓ, ਤੇ ਸਿੱਖ ਕਹਿੰਦੇ ਨਾ ਜੀ ਇਹ ਬੈਨ ਨਾ ਕਰੋ। ਸਿੱਖਾਂ ਦਾ ਕੀ ਲੈਣ ਦੇਣਾ ਇਸ ਮਸਲੇ ਨਾਲ? ਸਿੱਖਾਂ ਦਾ ਅਡਲਟਰੀ ਦੇ ਨਾਲ ਕੀ ਸੰਬੰਧ ਹੈ? ਅਸੀਂ ਕਿਉਂ ਇਸ ਮਸਲੇ 'ਚ ਪੈ ਰਹੇ ਹਾਂ? ਪਰ ਅਸੀਂ ਕਿਉਂ ਪੈ ਰਹੇ ਹਾਂ? ਕਿਉਂਕਿ ਐਕਟਿਵਿਜ਼ਮ ਦਾ ਕੀੜਾ ਹੈ ਸਾਨੂੰ। ਹੁਣ ਉਹੋ ਹੀ ਕੀੜਾ ਵਾ ਜਿਹੜਾ ਜਗਮੀਤ ਸਿੰਘ ਹੋਣਾ ਨੂੰ ਆ, ਜਿਹੜਾ ਸਾਡੇ ਸਿੱਖ ਲੀਡਰਸ ਨੂੰ ਆ। ਮੈਂ ਨਹੀਂ ਕਹਿੰਦਾ ਵੀ ਇਹਨਾਂ ਨੂੰ ਮਾੜਾ ਕਹਿਣਾ ਜਾਂ ਗਾਲਾਂ ਕੱਢਣੀਆਂ ਚਾਹੀਦੀਆਂ, ਪਰ ਮੈਂ ਕਹਿੰਦਾ ਵੀ ਸਿੱਖੀ ਦੀ ਐਡਵੋਕੇਸੀ ਇਹਨਾਂ ਨੇ ਕਦੋਂ ਕੀਤੀ ਹੈ? ਪਿਛਲੇ ਲੰਬੇ ਸਮੇਂ ਤੋਂ ਨਹੀਂ ਕੀਤੀ। ਜਿਹੜੀ ਸਿੱਖੀ ਦੀ ਐਡਵੋਕੇਸੀ ਕਰ ਰਹੇ ਉਹ ਸਿੱਖੀ ਨੂੰ ਪ੍ਰੋਜੈਕਟ ਇਸ ਤਰੀਕੇ ਨਾਲ ਕਰਦੇ ਆ ਵੀ ਸਿੱਖੀ ਆ ਹੈ। ਜਿਵੇਂ ਆਪਣੀ ਏਡ ਆਰਗੇਨਾਈਜੇਸ਼ਨਸ ਆ, ਮੈਂ ਹੁਣ ਨਾਂ ਲਊਂਗਾ ਤੇ ਫਿਰ ਕੰਟਰੋਵਰਸੀ ਬਣ ਜਾਂਦੀ ਹੈ। ਉਹ ਕਹਿੰਦੇ ਵੀ ਸਿੱਖੀ ਦਾ ਮਤਲਬ ਉਹਨਾਂ ਨੇ ਗੁਰਬਾਣੀ ਦੀਆਂ ਉਹ ਤੁੱਕਾਂ ਵਰਤਣੀਆਂ ਨੇ, ਜਿਹੜੀਆਂ ਤੁੱਕਾਂ ਤੋਂ ਇਹ ਸਾਬਤ ਹੁੰਦਾ ਵੀ ਸਿੱਖ ਬਸ ਦਾਨੀ ਹੈ ਜੀ। ਸਿੱਖ ਕੋਲੋਂ ਸਭ ਕੁਝ ਖੋ ਕੇ ਲੈ ਜਾਓ, ਸਿੱਖ ਬਾ ਹੱਸਦਾ ਰਹਿੰਦਾ। ਸਿੱਖ ਲੜਨ ਦਾ ਤੇ ਬਿਲਕੁਲ ਲੜਨਾ ਨਹੀਂ ਚਾਹੁੰਦਾ। ਹੁਣ ਇਹੋ ਚੀਜ਼ ਤੇ ਹਿੰਦੁਸਤਾਨ ਦੀ ਗੌਰਮੈਂਟ ਚਾਹੁੰਦੀ, ਇਹੋ ਵੈਸਟ ਚਾਹੁੰਦਾ। ਵੈਸਟ ਲਾਰਜਰ ਪਰਸਪੈਕਟਿਵ ਤਾਂ ਆਪਾਂ ਵੇਖੀਏ, ਅਮਰੀਕਾ 'ਚ ਹਥਿਆਰ ਕਿਉਂ ਬੈਨ ਕੀਤੇ ਜਾ ਰਹੇ? ਰਜਿਸਟੈਂਸ ਨੂੰ ਖਤਮ ਕਰਨ ਦਾ ਕਰਕੇ। ਰਜਿਸਟੈਂਸ ਜਿਹੜੀ ਹੈ ਅਲਟੀਮੇਟਲੀ ਫਰੀਡਮ ਦੇ ਕੁਛ ਕੌਨਸੀਕੁਐਂਸਿਸ ਹੁੰਦੇ ਆ। ਫਰੀਡਮ ਦੇ ਕੁਛ ਨਾ ਕੁਛ ਕੌਨਸੀਕੁਐਂਸਿਸ ਤੇ ਹੈਗੇ ਹੀ ਹੈਗੇ। ਜੇ ਸੁਸਾਇਟੀ ਜ਼ਿਆਦਾ ਹਥਿਆਰ ਹੋਣਗੇ, ਗਨ ਵਾਇਲੈਂਸ ਹੋਊਗੀ, ਅਲਟੀਮੇਟਲੀ ਇਹ ਇੱਕ ਕੌਨਸੀਕੁਐਂਸ ਹੈ। ਪਰ ਜੇ ਸੁਸਾਇਟੀ 'ਚ ਬਿਲਕੁਲ ਹਥਿਆਰ ਨਾ ਹੋਣਗੇ, ਸਟੇਟ ਇੰਨੀ ਅਥੋਰੀਟੇਰੀਅਨ ਬਣ ਜੂਗੀ, ਉੱਥੇ ਜਿਹੜੀ ਵਾਇਲੈਂਸ ਆ ਉਹ ਬੇਸ਼ੱਕ ਗਨ ਦੀ ਨਹੀਂ ਹੈਗੀ, ਪਰ ਮੈਂਟਲੀ ਤੁਸੀਂ ਰਿਟਾਰਡਡ ਹੋ ਜਾਓਗੇ। ਤੁਹਾਡੀਆਂ ਆਉਣ ਵਾਲੀਆਂ ਨਸਲਾਂ, ਇੱਥੋਂ ਤੱਕ ਵੀ ਮੈਨੂੰ ਰੀਸੈਂਟਲੀ ਇਹ ਪਤਾ ਲੱਗਾ ਵੀ ਉੱਥੇ ਜਦੋਂ ਨਿਆਣਾ ਜੰਮ ਜਾਂਦਾ ਤੇ ਅਥੋਰਿਟੀ ਘਰ ਚੈੱਕ ਕਰਨ ਆਉਂਦੀ ਵੀ ਤੁਸੀਂ ਨਿਆਣੇ ਨੂੰ ਆਪਣੇ ਨਾਲ ਤੇ ਨਹੀਂ ਸਮਾ ਰਹੇ, ਤੁਸੀਂ ਉਹਨੂੰ ਕ੍ਰਿਬ 'ਚ ਰੱਖ ਰਹੇ ਜੋ ਵੱਖਰਾ। ਹੁਣ ਇਹਦਾ ਅਰਥ ਕੀ ਹੈ? ਇਹਦਾ ਅਰਥ ਇਹ ਸੀ ਵੀ ਫੈਮਿਲੀ ਨੂੰ ਬੌਂਡ, ਇੱਕ ਗੱਲ ਥੋੜੀ ਦੂਜੇ ਪਾਸੇ ਜਾ ਰਹੀ ਹੈ। ਵੈਸਟ ਦਾ ਟੋਟਲੀ ਪਿਛਲੇ 30 ਸਾਲ ਤੋਂ ਜ਼ੋਰ ਲੱਗਾ ਵੀ ਜਿਹੜਾ ਫੈਮਿਲੀ ਸਟਰਕਚਰ ਉਹਨੂੰ ਤੋੜਿਆ ਜਾਵੇ। ਇਸ ਫੈਮਿਲੀ ਸਟਰਕਚਰ ਜਿਹੜਾ ਵਾ ਜਿਹਦੇ 'ਚ ਬੱਚਾ ਮਾਂ ਦੇ ਕਲੋਜ਼ ਆ, ਮਾਂ ਪਿਓ ਦੇ, ਜਿਹੜੀ ਫੈਮਿਲੀ ਇਕੱਠੇ ਹੋ ਕੇ ਬਹਿੰਦੀ ਹੈ, ਡਿਨਰ ਕਰਦੀ, ਖਾਣਾ ਖਾਂਦੀ ਹੈ, ਜਿਨ੍ਹਾਂ ਦੇ ਕਲਚਰਲ ਤੌਰ ਤੇ ਜਿਹੜੀ ਸਾਂਝ ਆ ਜਿਹੜੀ ਉਹਨੂੰ ਤੋੜਿਆ ਜਾਵੇ। ਉਹਨਾਂ ਕਾਫੀ ਹੱਦ ਤੱਕ ਸਕਸੈਸਫੁਲ ਹੋਏ। ਹੁਣ ਜਦੋਂ ਫੈਮਿਲੀ ਸਟਰਕਚਰ ਟੁੱਟ ਗਿਆ, ਲੜਨ ਲਈ ਬੰਦੇ ਨੂੰ ਬਹੁਤ ਕੁਛ ਚਾਹੀਦਾ ਹੁੰਦਾ ਹੈ। ਉੱਥੇ ਪ੍ਰੋਬਲਮ ਇਹ ਆ ਗਈ ਆ, ਕ੍ਰਾਈਸਿਸ ਇਹ ਆ ਗਿਆ ਵੀ ਜਿਹੜੀ ਸਾਡੀ ਪਿਛਲੀ ਪੀੜ੍ਹੀ ਸੀ, ਉਹਨਾਂ ਨੇ ਜੋ ਕੁਛ ਕਮਾਇਆ, ਅਗਲੀ ਪੀੜ੍ਹੀ ਉਹਨੂੰ ਵਧਾਊਗੀ ਨਹੀਂ, ਖਤਮ ਕਰੂਗੀ। ਸਿੱਖ ਉਹ ਤੋਂ ਅਗਲੀ ਪੀੜ੍ਹੀ 'ਚ ਕ੍ਰਾਈਸਿਸ ਜਾਣਗੇ। ਵੇਖ ਲਓ ਤੁਸੀਂ,
ਸਿੱਖ ਹੋਮਲੈਸ ਵੀ ਹੋਣਗੇ, ਸਿੱਖ ਸੜਕਾਂ ਤੇ ਵੀ ਹੋਣਗੇ, ਸਿੱਖ ਬਹੁਤ ਕੁਝ ਐਸਾ ਫੇਸ ਕਰਨਗੇ ਜਿਹੜਾ, ਕਿਉਂਕਿ ਜਦੋਂ ਅਸੀਂ ਉੱਥੇ ਗਏ ਸੀ ਅਸੀਂ ਆਪਣਾ ਕਲਚਰ ਲੈ ਕੇ ਗਏ, ਅਸੀਂ ਉਹਨੂੰ ਪ੍ਰੋਟੈਕਟ ਕੀਤਾ ਪਹਿਲੀ ਨਸਲ ਨੇ। ਦੂਜੀ ਨਸਲ ਪ੍ਰਿਵਿਲੇਜ 'ਚ ਪੈਦਾ ਹੋਈ ਹੈ, ਪ੍ਰਿਵਿਲੇਜ 'ਚ ਪੈਦਾ ਹੋਣ ਲੋਕ ਕਮਜ਼ੋਰ ਹੀ ਹੁੰਦੇ ਆ। ਉਹਨਾਂ ਨੂੰ ਵਧੀਆ ਮਾਹੌਲ ਮਿਲਿਆ, ਵਧੀਆ ਖਾਣ ਪੀਣ ਮਿਲਿਆ, ਕੋਈ ਰੈਜ਼ਿਸਟੈਂਸ ਨਹੀਂ ਮਿਲੀ। ਅਲਟੀਮੇਟਲੀ ਉਹਨਾਂ ਦੀ ਅਗਲੀ ਪੀੜ੍ਹੀ ਆ ਜਿਹੜੀ ਉਹ ਬਿਲਕੁਲ ਹੀ ਆਪਣੀ ਰੈਜ਼ਿਸਟੈਂਸ ਦੀ ਪਾਵਰ ਖਤਮ ਗਵਾ ਬੈਠੂਗੀ। ਮਤਲਬ ਸਿਸਟਮ ਜਿਹੜਾ ਹੁੰਦਾ ਹਮੇਸ਼ਾ ਆਜ਼ਾਦੀ ਦੇ ਖਿਲਾਫ ਹੀ ਹੁੰਦਾ, ਕੋਈ ਵੀ ਸਿਸਟਮ ਅਸੀਂ ਬਣਾਈਏ ਨਾ। ਨਹੀਂ ਕੋਈ ਵੀ ਸਿਸਟਮ ਦੇਖੋ, ਇਹਦਾ ਸੋਲਿਊਸ਼ਨ ਇਹ ਵੀ ਨਹੀਂ ਹੈਗਾ ਵੀ ਤੁਸੀਂ ਸਿਸਟਮ ਨਾ ਬਣਾਓ। ਹੁਣ ਇਹ ਤਾਂ ਸਿੰਪਲ ਗੱਲ ਹੈ ਵੀ ਵੈਸੇ ਤੇ ਬੰਦਾ ਨੰਗਾ ਵੀ ਘੁੰਮਦਾ ਸੀ, ਉਹਨੇ ਕੱਪੜੇ ਪਾਉਣੇ ਸ਼ੁਰੂ ਕੀਤੇ, ਸੁਸਾਇਟੀ 'ਚ ਆਇਆ, ਵਿਆਹ ਸ਼ਾਦੀਆਂ ਦੇ ਕਲਚਰ ਉਹਨੇ ਪੈਦਾ ਕੀਤੇ। ਲਿਮਿਟ ਹੈ, ਬੈਲੈਂਸ ਹਰ ਚੀਜ਼ ਦਾ ਹੋਣਾ ਚਾਹੀਦਾ। ਹੁਣ ਇਹ ਆ ਕੌਨਸੀਕੁਐਂਸਿਸ ਜ਼ਰੂਰ ਹੁੰਦੇ ਆ। ਤੁਸੀਂ ਜਦੋਂ ਫਰੀਡਮ ਦਿੰਦੇ ਜੋ ਉਹਦੇ ਵੀ ਕੌਨਸੀਕੁਐਂਸਿਸ ਆ, ਤੁਸੀਂ ਜਦੋਂ ਗੁਲਾਮ ਕਰਦੇ ਜੋ ਲੋਕਾਂ ਨੂੰ ਉਹਦੇ ਵੀ ਕੌਨਸੀਕੁਐਂਸਿਸ ਆ। ਬੈਲੈਂਸ ਕਿਹਨੇ ਬਣਾਉਣਾ? ਬੈਲੈਂਸ ਜਿਵੇਂ ਸਿੱਖੀ ਨੇ ਬਣਾਇਆ ਨਾ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬੈਲੈਂਸ ਹੀ ਬਣਿਆ ਸੀ। ਉਹਨਾਂ ਨੇ ਪਾਵਰ ਹੁੰਦਿਆਂ ਵੀ ਲੋਕਾਂ ਨੂੰ ਕੰਟਰੋਲ ਨਹੀਂ ਕਰਨਾ ਚਾਹਿਆ, ਪਰ ਨਾ ਲੋਕਾਂ ਨੂੰ ਇੰਨੀ ਖੋਲ ਦਿੱਤੀ ਵੀ ਤੁਸੀਂ ਅਡਲਟਰੀ ਕਰਦੇ ਫਿਰੋ, ਤੁਸੀਂ ਆਹ ਕ੍ਰਾਈਮ ਕਰਦੇ ਫਿਰੋ, ਤੁਸੀਂ ਉਹ ਕ੍ਰਾਈਮ ਕਰਦੇ ਫਿਰੋ। ਇਹ ਵੀ ਨਹੀਂ ਗੱਲ ਹੈਗੀ। ਉਹਨਾਂ ਨੇ ਕੰਟਰੋਲ ਇਸ ਹੱਦ ਤੱਕ ਰੱਖਿਆ ਵੀ ਸੁਸਾਇਟੀ 'ਚ ਕ੍ਰਾਈਮ ਨਹੀਂ ਸੀ ਹੈਗਾ, ਪਰ ਉਹ ਕੰਟਰੋਲ ਕਿਸੇ ਨੂੰ ਡਰਾ ਧਮਕਾ ਕੇ ਨਹੀਂ ਸੀ ਵੀ ਫਾਂਸੀ ਦੇ ਦਾਂਗੇ ਤੁਹਾਨੂੰ, ਜਿਵੇਂ ਅੱਜ ਕੱਲ੍ਹ ਚੱਲ ਰਿਹਾ। ਅਮਰੀਕਾ ਦੇ ਵਿੱਚ ਤੁਸੀਂ ਲਾਈਫ ਸੈਂਟੈਂਸ ਵੇਖੋ ਕਿੱਡੇ ਕਿੱਡੇ ਵੱਡੇ ਪੱਧਰ ਦੇ ਹੁੰਦੇ ਆ ਵੀ 100 ਕਿਸੇ ਨੂੰ 300 ਸਾਲ ਦੀ ਸਜ਼ਾ, ਕਿਸੇ ਨੂੰ 500 ਸਾਲ ਦੀ ਸਜ਼ਾ, ਕਿਸੇ ਨੂੰ 1000 ਸਾਲ ਦੀ ਸਜ਼ਾ ਕਰ ਦਿੰਦੇ, ਪਰ ਉੱਥੇ ਕ੍ਰਾਈਮ ਵੱਧਦਾ ਹੀ ਜਾ ਰਿਹਾ। ਇਹ ਵੈਸੇ ਤੇ ਕ੍ਰਾਈਸਿਸ ਸਾਰੀ ਥਾਂ ਤੇ ਹੀ ਆ। ਡਾਟਾ ਜਿਹੜਾ ਹੁਣ ਡਰੱਗ ਦਾ ਗੱਲ ਕਰਦੇ ਆ ਵੀ ਪੰਜਾਬ 'ਚ ਕਿਹੜਾ ਕੋਈ ਮੂੰਹ 'ਚ ਪਾਉਂਦਾ ਆਣ ਕੇ। ਹੁਣ ਉਹਦਾ ਤੁਸੀਂ ਦੇਖੋ ਸੋਲਿਊਸ਼ਨ ਕੀ ਆ ਵੀ ਉਹਦੀ ਪ੍ਰੋਬਲਮ ਕੈਨੇਡਾ ਦੇ ਵਿੱਚ ਗਏ ਪਿਛਲੇ ਮੇਰੇ ਖਿਆਲ ਨਾਲ 4-5 ਸਾਲ 'ਚ 35-40 ਹਜ਼ਾਰ ਬੰਦਾ ਉੱਥੇ ਓਵਰਡੋਜ਼ ਨਾਲ ਮਰਿਆ, ਡਰੱਗ ਓਵਰਡੋਜ਼ ਨਾਲ। ਹੁਣ ਕਹਿਣ ਨੂੰ ਤੇ ਆਪਣੇ ਲੋਕਾਂ ਨੂੰ ਲੱਗਦਾ ਕੈਨੇਡਾ ਸਵਰਗ ਹੈ, ਉੱਥੋਂ ਦੀਆਂ ਪ੍ਰੋਬਲਮ ਐਗਜ਼ਿਸਟ ਕਰਦੀਆਂ। ਉੱਥੋਂ ਦੀਆਂ ਪ੍ਰੋਬਲਮ ਸਾਡੀ ਪਹਿਲੀ ਨਸਲ ਨੂੰ ਨਹੀਂ, ਕਿਉਂਕਿ ਉਹ ਪਹਿਲੀ ਨਸਲ ਕੰਮ 'ਚ ਐਡਜਸਟ ਹੋਣ 'ਚ ਇੰਨੀ ਬਿਜੀ ਹੁੰਦੀ ਆ ਵੀ ਉਹ ਐਕਸਪਲੋਰ ਨਹੀਂ ਕਰਦੇ ਇਹਨਾਂ ਰਾਵਾਂ ਨੂੰ। ਤੁਹਾਡੀ ਆਉਣ ਵਾਲੀ ਪੀੜ੍ਹੀ ਕਰੂਗੀ ਪ੍ਰੋਬਲਮ ਉਹੀ ਆਊਗੀ ਜਿਹੜੀ ਤੁਹਾਨੂੰ ਪੰਜਾਬ 'ਚ ਆ ਰਹੀ ਆ, ਡੀਪਰ ਲੈਵਲ ਤੇ ਆਊਗੀ। ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਡਿੱਗਦੇ ਜੋ, ਤੁਸੀਂ ਪੰਜਾਬ ਦੇ ਵਿੱਚ ਜਦੋਂ ਇੱਕ ਕਲਚਰਲ ਮਾਹੌਲ ਹੈ ਪੰਜਾਬ ਦੇ ਵਿੱਚ ਸਿੱਖੀ ਦਾ ਥੋੜ੍ਹਾ ਬਹੁਤ, ਜੇ ਬੰਦਾ ਭਟਕਦਾ ਵਾ ਤੇ ਜੇ ਫਰਜ਼ ਕਰੋ ਪੰਜਾਬ 'ਚ ਕੋਈ ਕੁੜੀ ਲਵ ਮੈਰਿਜ ਕਰਦੀ ਹੈ ਤੇ ਮੋਸਟ ਪ੍ਰੋਬੇਬਲੀ ਚਾਂਸ ਹੋਣਗੇ ਵੀ ਮੁੰਡਾ ਵੀ ਸਿੱਖ ਹੋਊਗਾ, ਪਰ ਵੈਸਟ 'ਚ ਏਦਾਂ ਨਹੀਂ ਹੁੰਦਾ, ਉੱਥੇ ਚਾਂਸਸ ਘੱਟ ਜਾਂਦੇ ਆ। ਸੋ ਇਹ ਬਹੁਤੀਆਂ ਗੱਲਾਂ ਟੈਕਨੀਕਲ ਨੇ, ਪਰ ਰੌਲਾ ਇਸ ਗੱਲ ਦਾ ਹੈ ਵੀ ਜਿਹੜਾ ਇਹ ਕਹਿਣਾ ਵੀ ਵੈਸਟ ਸਿੱਖੀ ਜ਼ਿਆਦਾ ਬਚੀ, ਮੈਂ ਇਸ ਗੱਲ ਨਾਲ ਡਿਸਐਗਰੀ ਕਰਦਾ। ਵੈਸਟ 'ਚ ਸਾਡੀ ਚੌਥੀ ਪੀੜ੍ਹੀ ਹਾਰਡਲੀ ਸਿੱਖ ਹੋਊਗੀ। ਮਤਲਬ ਉਹ ਇਹੋ ਜਿਹੇ ਸਿੱਖ ਹੋਣਗੇ ਵੀ ਜਿਹਨਾਂ ਨੂੰ ਜੇ ਕੋਈ ਕਵੇ ਨਾ ਵੀ ਲੜਨਾ ਚਾਹੀਦਾ, ਉਹ ਕਹਿਣਗੇ ਵੀ ਨਾ, ਲੜਨਾ ਬਹੁਤ ਮਾੜੀ ਗੱਲ ਹੈ। ਠੀਕ ਹੈ, ਕੁਛ ਬੰਦੇ ਉੱਥੇ ਬਹੁਤ ਵਧੀਆ ਤਰੀਕੇ ਨਾਲ ਹਥਿਆਰਾਂ ਦੀ ਸਾਰੀ ਗੱਲ ਕਰਦੇ ਨੇ, ਸਾਰਾ ਕੁਛ ਕਰਦੇ ਨੇ, ਪਰ ਉਹ ਇਹ ਦਾਅਵਾ ਨਹੀਂ ਕਰ ਸਕਦੇ ਵੀ ਉਹਨਾਂ ਦੇ ਬੱਚੇ ਵੀ ਇਹ ਕਰਨਗੇ। ਕਿਉਂਕਿ ਤੁਹਾਡੇ ਕੋਲ ਕੰਟਰੋਲ ਕੀ ਆ, ਸਟੇਟ ਨੇ ਤੁਹਾਨੂੰ ਮਾਂ ਨੂੰ ਬੱਚੇ ਨਾ ਸੌਣ ਤੋਂ ਰੋਕਦਾ ਉੱਥੇ ਵੈਸਟ ਦੇ ਵਿੱਚ, ਤੇ ਇਹ ਰਿਐਲਿਟੀ ਹੈ ਤੁਹਾਡੇ ਤੇ। ਕਿਉਂਕਿ ਉਹਨਾਂ ਨੂੰ ਬੱਚਾ ਥੱਲੇ ਆ ਕੇ ਨਾ ਕਿਤੇ ਮਰ ਜਾਵੇ ਮਾਂ ਦੇ। ਇਹ ਕਿੰਨੀ ਵਾਰ ਹੋਇਆ ਇਤਿਹਾਸ ਦੇ ਵਿੱਚ ਏਦਾਂ, ਪਰ ਉਹਨਾਂ ਨੇ ਇਹ ਮੈਂਡੇਟਰੀ ਕੀਤਾ ਹੋਇਆ, ਬਕਾਇਦਾ ਤੁਹਾਡੇ ਘਰ ਜਾਣ ਕੇ ਚੈੱਕ ਕੀਤਾ ਜਾਂਦਾ। ਉਹਦਾ ਕਾਰਨ ਕੀ ਆ ਵੀ ਜਿਹੜਾ ਬੌਂਡ ਹੈ, ਜਿਹੜਾ ਫੈਮਿਲੀ ਸਟਰਕਚਰ ਹੈ ਨਾ, ਇਹ ਮੇਰੇ ਖਿਆਲ ਦੇ ਨਾਲ ਫੈਮਿਲੀ ਸਟਰਕਚਰ ਤੋਂ ਬਾਅਦ ਇੱਕ ਸੁਸਾਇਟੀ, ਪਿੰਡ, ਸੁਸਾਇਟੀ, ਉਹ ਤੋਂ ਬਾਅਦ ਇੱਕ ਕੌਮ, ਇਹ ਵੱਡਾ ਸਟਰਕਚਰ ਹੈ। ਤੁਸੀਂ ਇਹਨੂੰ ਥੱਲਿਓਂ ਤੋੜ ਦਿਓ ਫੈਮਿਲੀ ਤੋਂ ਦੇ ਪੱਧਰ ਦੇ ਉੱਤੇ, ਤੇ ਮੈਨੂੰ ਨਹੀਂ ਲੱਗਦਾ ਕੋਈ ਕੌਮ ਸਰਵਾਈਵ ਕਰ ਸਕਦੀ। ਇਹ ਹੋ ਰਿਹਾ ਦੁਨੀਆ ਦੇ ਉੱਤੇ, ਜਿੱਥੇ ਜਿੱਥੇ ਵੀ ਕੀਤਾ ਜਾ ਰਿਹਾ ਉੱਥੇ ਫੈਮਿਲੀ ਦੇ ਸਟਰਕਚਰ ਨੂੰ, ਨਿਊਕਲੀਅਰ ਫੈਮਲੀਆਂ ਆਈਆਂ, ਫਿਰ ਉਹ ਜਿਹੜੀ ਸਪੇਸ ਸੀ, ਜਿਹੜੇ ਚਾਰ ਬੱਚੇ ਦੀ ਥਾਂ ਦੋ ਦੀ ਥਾਂ ਇੱਕ ਵੀ ਹੁਣ ਕਿਸੇ ਨੇ ਕਿਹੜਾ ਕੁੱਤਾ ਪਾਲ ਲਓ। ਮੈਂ ਵੀ ਉਹ ਵੀ ਲੋਕਾਂ ਨੂੰ ਸੋਚਦਾ ਜਿਹੜੇ ਕਹਿੰਦੇ ਵਿਆਹ ਕਰਾਉਣ ਦੀ ਲੋੜ, ਕੁੱਤਾ ਪਾਲ ਲੈਣਾ ਚਾਹੀਦਾ, ਇੱਕ ਬਿੱਲੀ ਰੱਖਣੀ ਚਾਹੀਦੀ ਹੈ। ਸੋ ਅਲਟੀਮੇਟਲੀ ਜੇ ਮੈਂਟੈਲਿਟੀ ਇੱਥੇ ਆ ਗਈ ਹੈ ਤਾਂ ਤੁਸੀਂ ਇਹ ਨਾ ਸਮਝੋ ਵੀ ਉੱਥੇ ਕੀ ਹੋਊਗਾ, ਕਿਉਂਕਿ ਤੁਹਾਡੇ ਹੱਥ 'ਚ ਕੁਛ ਨਹੀਂ ਹੈਗਾ। ਨਾ ਤੇ ਤੁਸੀਂ ਪਾਪੂਲੇਸ਼ਨ ਦੇ ਤੌਰ ਦੇ ਉੱਤੇ ਇੰਨੀ ਪਾਵਰਫੁਲ ਹੋ ਸਕਦੇ ਜੋ ਵੈਸਟ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ, ਫਿਰ ਤੁਸੀਂ ਉੱਥੋਂ ਦਾ ਕਲਚਰਲ ਇਨਵਾਇਰਮੈਂਟ ਚੇਂਜ ਕਰ ਦਿਓ, ਨਹੀਂ ਕਰ ਸਕਦੇ ਤੁਸੀਂ ਉੱਥੋਂ ਦੀ ਅਡਲਟਰੀ ਨੂੰ ਜਸਟੀਫਾਈਡ ਕਰਨਾ ਪੈਂਦਾ ਤੁਹਾਨੂੰ, ਤੁਸੀਂ ਉੱਠ ਕੇ ਬਿਆਨ ਵੀ ਨਹੀਂ ਦੇ। ਮੈਂ ਇੱਕ ਛੋਟੀ ਜਿਹੀ ਤੁਹਾਨੂੰ ਗੱਲ ਪੁੱਛਣਾ ਚਾਹੁੰਦਾ ਵੀ ਅਸੀਂ ਖਾਲਿਸਤਾਨ ਛੋਟਾ ਜਿਹਾ ਏਰੀਆ ਕਿਉਂ ਮੰਨਦੇ, ਜਦੋਂ ਅਸੀਂ ਪੂਰੇ ਵਰਲਡ ਨੂੰ ਰੂਲ ਕਰਨ ਦੀ ਅਸੀਂ ਗੱਲਾਂ ਕਰਦੇ ਹਾਂ, ਆਪਾਂ ਨੂੰ ਪੂਰੇ ਵਰਲਡ ਨੂੰ ਰੂਲ ਕਰਨਾ ਹੈ, ਤਾਂ ਉਹਦੇ ਲਈ ਆਪਾਂ ਖਾਲਿਸਤਾਨ ਦੇ ਸਾਨੂੰ ਖਾਲਸਾ ਰਾਜ ਆ, ਸਾਨੂੰ ਖਾਲਸਾ ਰਾਜ ਚਾਹੀਦਾ ਹੈ, ਜਿਹਦੇ ਵਿੱਚ ਸਾਨੂੰ ਉਸ ਟਾਈਮ ਤੇ ਵੀ 8% ਸਿੱਖ ਸੀ ਮੇਰੇ ਖਿਆਲ। ਖਾਲਿਸਤਾਨ ਤੇ ਖਾਲਸੇ ਰਾਜ 'ਚ ਫਰਕ ਕੀ ਹੈ? ਖਾਲਿਸਤਾਨ ਤਾਂ ਮੈਨੂੰ ਲੱਗਦਾ ਇੱਕ ਛੋਟੀ ਜਿਹੀ ਸਪੇਸ ਆ, ਆਪਾਂ ਪੂਰੇ ਵਰਲਡ ਤੇ ਰਾਜ ਕਰਾਂਗੇ, ਮੈਨੂੰ ਇੱਥੇ ਤੱਕ ਲੱਗਦਾ। ਕਿੱਦਾਂ ਵਰਲਡ ਤੇ ਰਾਜ ਕਰੋ? ਤੁਹਾਨੂੰ ਲੱਗਦਾ ਵੀ ਇੱਕ ਅਮਰੀਕਾ ਸੀਗੇ ਉਦੋਂ ਉਹਨਾਂ ਨੇ ਵੀ ਆਪਣੇ ਇਟਾਲੀਆ ਦੇ ਉੱਪਰ ਵੀ, ਇਟਲੀ ਦੇ ਉੱਪਰ, ਜਰਮਨ ਦੇ ਉੱਪਰ ਵੀ ਅਟੈਕ ਕਰਨ ਦੀ ਉਹਨਾਂ ਨੇ ਆਪਣੀ ਪਲੈਨਿੰਗਸ ਕੀਤੀਆਂ ਹੋਈਆਂ ਸੀ ਮਹਾਰਾਜਾ ਰਣਜੀਤ ਸਿੰਘ ਨੇ। ਜਦੋਂ ਨੇਪੋਲੀਅਨ ਦੀਆਂ 2 ਜਰਨਲ ਜਿਹੜੇ ਆ ਕੇ ਮਹਾਰਾਜਾ ਰਣਜੀਤ ਸਿੰਘ, ਇੱਕ ਮਿੰਟ ਫਿਰ ਤੁਹਾਡੀ ਗੱਲ ਤੇ ਸੈਲਫ ਕੰਟਰਡਿਕਟਰੀ ਹੋ ਗਈ। ਜੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੇ ਕਬਜ਼ਾ ਕਰਕੇ ਆਪਣਾ ਰਾਜ ਸਥਾਪਿਤ ਨਾ ਕਰਦਾ ਹੈ, ਤੇ ਐਕਸਪੈਂਸ਼ਨ ਤੇ ਐਗਜ਼ਿਸਟੈਂਸ ਤੋਂ ਬਾਅਦ ਹੀ ਆਊਗਾ ਨਾ।
ਤੁਸੀਂ ਐਗਜ਼ਿਸਟੈਂਸ ਦੀ ਗੱਲ ਹੀ ਨਹੀਂ ਕਰਦੇ, ਤੁਸੀਂ ਐਕਸਪੈਂਸ਼ਨ ਵੱਲ ਤੁਰ ਪੈਂਦੇ ਜੋ। ਮੇਰਾ ਸਵਾਲ ਇਹ ਹੈ ਵੀ ਜੇ ਤੁਹਾਡਾ ਬੇਸ ਨਹੀਂ, ਜੇ ਤੁਹਾਡਾ ਕੋਈ ਰਾਜ ਨਹੀਂ, ਕੋਈ ਤੁਹਾਡੀ ਅਥਾਰਟੀ ਨਹੀਂ, ਕੋਈ ਪਾਵਰ ਨਹੀਂ, ਤੁਸੀਂ ਐਕਸਪੈਂਡ ਕਿੱਦਾਂ ਕਰ ਜਾਓਗੇ? ਇਹ ਕਿੱਦਾਂ ਪੋਸੀਬਲ ਹੈ? ਇਸ ਚੀਜ਼ ਤੇ ਮੈਂ ਐਗਰੀ ਕਰਦਾ। ਐਕਸਪੈਂਸ਼ਨ ਜਿਹੜਾ ਨਾ, ਐਕਸਪੈਂਸ਼ਨ ਇੱਕ ਹਰ ਚੀਜ਼ ਦਾ ਪੜਾਅ ਆ। ਹੁਣ ਫਰਜ਼ ਕਰੋ, ਇਹਦੇ ਲਈ ਮੈਂ ਤੁਹਾਨੂੰ ਨੇਚਰ ਦੀ ਇੱਕ ਐਗਜ਼ਾਮਪਲ ਦਿੰਦਾ। ਪਲਾਂਟਸ ਜਿਹੜੇ ਆ ਉਹਨਾਂ ਨੂੰ ਫਲ ਪਤਾ ਕਿਉਂ ਲੱਗਦਾ? ਜਿਹੜਾ ਪੌਦਾ ਉਹਨੂੰ ਫਲ ਇਸ ਕਰਕੇ ਨਹੀਂ ਲੱਗਦਾ ਵੀ ਪਲਾਂਟ ਬੜੇ ਬਹੁਤ ਜੈਨਰਸ ਆ ਤੇ ਉਹ ਸਾਨੂੰ ਫਰੂਟ ਦੇਣਾ ਚਾਹੁੰਦੇ ਆ। ਉਹਨਾਂ ਦੇ ਵਿੱਚ ਐਕਸਪੈਂਸ਼ਨ ਦੀ ਇੱਕ ਭਾਵਨਾ ਹੈ। ਉਹ ਭਾਵਨਾ ਇਹ ਆ ਵੀ ਉਹ ਕੋਈ ਫਲ ਉਹਨੂੰ ਖਾਵੇ ਤੇ ਉਹ ਫਲ ਜਦੋਂ ਖਾਊਗਾ ਦੂਰ ਤੱਕ ਜਾ ਕੇ ਤੇ ਉਹ ਫਲ ਉਹਨਾਂ ਦਾ ਬੀਜ ਟਰੈਵਲ ਕਰੂਗਾ ਤੇ ਉਹਨਾਂ ਦੀ ਨਸਲ ਵਧੂਗੀ। ਪੌਦਿਆਂ 'ਚ ਵੀ ਇੱਛਾ ਹੈ ਵੀ ਸਾਡੀ ਨਸਲ ਵਧੇ, ਉਹ ਇਸ ਕਰਕੇ ਉਹਨਾਂ ਨੂੰ ਫਰੂਟ ਜਿਹੜਾ ਲੱਗਦਾ। ਹੁਣ ਜੇ ਪੌਦਾ ਹੀ ਨਾ ਹੋਵੇ, ਪੌਦਾ ਫਰੂਟ ਹੀ ਨਾ ਪੈਦਾ ਕਰੇ, ਉੱਥੇ ਬਹਿ ਕੇ ਕਹੀ ਜਾਵੇ ਮੈਂ ਦੁਨੀਆ ਤੇ ਰਾਜ ਕਰਨਾ, ਸਾਰੀ ਦੁਨੀਆ ਤੇ ਮੇਰੀ ਨਸਲ ਪੈਦਾ, ਇਹਦੇ ਲਈ ਪਲੈਨਿੰਗ ਕੀ ਹੈ? ਪਲੈਨਿੰਗ ਤੁਸੀਂ ਜਿਹੜਾ ਖਾਲਿਸਤਾਨ ਤੇ ਖਾਲਸੇ ਰਾਜ ਨੂੰ ਡਿਫਰੈਂਸ਼ੀਏਟ ਕਰਦੇ, ਤੁਸੀਂ ਆਪਣੀ ਜੜ ਤੇ ਉੱਥੇ ਵੱਢ ਦਿੱਤੀ। ਫਰਕ ਮੈਂ ਤੁਹਾਨੂੰ ਪੁੱਛ ਰਿਹਾ ਵੀ ਖਾਲਸੇ ਰਾਜ ਤੇ ਖਾਲਿਸਤਾਨ ਫਰਕ ਕੀ ਹੈ? ਤੁਸੀਂ ਕਹਿੰਦੇ ਖਾਲਸਾ ਰਾਜ ਬ੍ਰਹਮੰਡ ਦੇ ਉੱਤੇ, ਦੁਨੀਆ ਦੇ ਉੱਤੇ ਰਾਜ ਕਰਨਾ। ਅਮਰੀਕਾ ਦਾ ਅੱਜ ਰਾਜ ਦੁਨੀਆ ਦੇ ਉੱਤੇ ਹੈ, ਤੇ ਜੇ ਅਮਰੀਕਾ ਐਗਜ਼ਿਸਟ ਹੀ ਨਾ ਕਰਦਾ ਹੋਵੇ, ਫਲੋਟਿੰਗ ਨਾ ਹੀ ਹੋਵੇ ਅਮਰੀਕਾ, ਕਿੱਦਾਂ ਰਾਜ ਹੋਊ ਦੁਨੀਆ ਦੇ ਉੱਤੇ? ਅਮਰੀਕਾ ਕੋਲ ਇੱਕ ਮਿਲਟਰੀ ਹੈ, ਇੱਕ ਪਾਵਰ ਹੈ, ਇੱਕ ਕਾਨੂੰਨ ਹੈ, ਇੱਕ ਕਾਇਦਾ ਹੈ, ਤਾਂ ਹੀ ਤਾਂ ਦੁਨੀਆ ਦੇ ਉੱਤੇ ਰਾਜ ਕਰਨ ਰਹੇ ਨੇ। ਤੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਫਰਾਂਸ ਤੇ ਉੱਥੇ ਹਮਲੇ ਕੀਤੇ ਸੀ, ਤੇ ਜੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੇ ਸਥਾਪਿਤ ਹੀ ਨਾ ਕਰਦਾ ਤੇ ਫੌਜ ਲੈ ਕੇ ਇੱਧਰ ਉੱਧਰ ਤੁਰਿਆ ਫਿਰਦਾ ਰਹਿੰਦਾ। ਸਿਕੰਦਰ ਨੇ ਦੁਨੀਆ ਦੇ ਉੱਤੇ ਘੁੰਮਿਆ, ਸਿਕੰਦਰ ਉਹਨੇ ਐਸਟੈਬਲਿਸ਼ ਨਹੀਂ ਕੀਤਾ ਸਿਸਟਮ, ਤੇ ਜਿੱਦਣ ਸਿਕੰਦਰ ਮਰਿਆ ਸਾਰਾ ਕੁਝ ਖਤਮ ਹੋ ਗਿਆ। ਇਹ ਗੱਲਾਂ ਜਿਹੜੀਆਂ ਨੇ ਨਾ, ਦੇਖੋ ਇਹ ਗੱਲਾਂ ਮੈਂ ਤੁਹਾਨੂੰ ਕਹਿ ਰਿਹਾ, ਇਹ ਗੱਲਾਂ ਕਿੰਨੇ ਸਾਡੇ ਮੂੰਹ 'ਚ ਪਾਈਆਂ ਨੇ ਵੀ ਨਹੀਂ ਜੀ ਤੁਸੀਂ ਛੋਟੀ ਮੋਟੇ ਰਾਜ ਦੀ ਕਾਹਤੋਂ ਗੱਲ ਕਰਦੇ, ਤੁਸੀਂ ਤਾਂ ਦੁਨੀਆ ਦੇ ਰਾਜੇ ਜੋ ਬਹੁਤ ਲੈਵਲ ਤੇ, ਤੁਸੀਂ ਇੰਡੀਆ ਤੇ ਰਾਜ ਕਰ ਲਓ, ਖਾਲਿਸਤਾਨ ਸਾਰੇ ਇੰਡੀਅਨ। ਅਸੀਂ ਨਹੀਂ ਭਾਈ ਬਣਾਉਣਾ ਚਾਹੁੰਦੇ ਸਾਰੇ ਇੰਡੀਅਨ ਖਾਲਿਸਤਾਨ, ਨਹੀਂ ਸਾਡੀ ਇੱਛਾ ਨਹੀਂ ਹੈਗੀ ਹਾਲ ਦੀ ਘੜੀਏ। ਸਾਡੀ ਇੱਛਾ ਇਹ ਹੈ ਵੀ ਪਹਿਲਾਂ ਅਸੀਂ ਆਪਣੇ ਪੈਰ ਰੱਖਣ ਜੋਗੀ ਜਗ੍ਹਾ ਬਣਾਈਏ, ਐਕਸਪੈਂਸ਼ਨ ਉਹ ਤੋਂ ਬਾਅਦ 'ਚ ਹੁੰਦਾ। ਜਿਹੜਾ ਸਾਨੂੰ ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਬਹੁਤ ਸਿੰਪਲ ਲੌਜਿਕ ਹੈ ਕਿਸੇ ਵੀ ਕੌਮ ਵਾਸਤੇ। ਜਦੋਂ ਮੱਕੇ ਦੀ ਲੜਾਈ ਹੋਈ ਹੈ, ਹਜ਼ਰਤ ਮੁਹੰਮਦ ਨੇ ਲੜਾਈ ਲੜੀ ਹੈ, ਮੱਕੇ ਦਾ ਕਬਜ਼ਾ ਛਡਾਇਆ, ਕਬਜ਼ਾ ਲਿਆ ਹੈ, ਆਪਣੇ ਹੱਥ 'ਚ ਕੰਟਰੋਲ ਕੀਤਾ। ਜੇ ਉਹ ਲੜਾਈ ਲੜਦਾ, ਜੇ ਉਹ ਲੜਾਈ ਲੜੀ ਨਾ ਜਾਂਦੀ ਕਦੇ ਵੀ, ਕੀ ਇਸਲਾਮ ਐਕਸਪੈਂਡ ਕਰ ਸਕਦਾ ਸੀ? ਨਹੀਂ ਜੀ ਕਰ ਸਕਦਾ। ਜੇ ਸਿੱਖ ਜਿਹੜਾ ਸੀ ਰਾਜ ਦੀ ਗੱਲ ਹੀ, ਤਾਂ ਹੁਣ ਰਾਜ ਕੋਈ ਇਹ ਤਾਂ ਨਹੀਂ ਹੈਗਾ ਵੀ ਸਿੱਖ ਜਿਹੜੀ ਰਾਜ ਦੀ ਗੱਲ ਕਰਦੇ ਉਹ ਸੁਪਨਿਆਂ ਦਾ ਰਾਜ ਹੈ ਕੋਈ, ਉਹ ਅਗੇਂਸਟ ਨਹੀਂ ਕਰਦਾ ਰੀਅਲ ਦੇ ਵਿੱਚ। ਰਿਐਲਿਟੀ ਉਦਾਂ ਤੇ ਬਹੁਤੇ ਬੰਦੇ ਕਹਿੰਦੇ ਵੀ ਬਾਣੀ ਦੀ ਤੁਕ ਦਾ ਹਵਾਲਾ ਦੇ ਕੇ ਰਾਜ ਨਾ ਚਾਹੋ ਮੁਕਤ ਨਾ ਚਾਹੋ, ਚਾਹਨਾ ਨਹੀਂ ਹੋ ਸਕਦੀ ਸਾਡੀ, ਚਾਹਨਾ ਹੋਵੇ ਨਾ ਹੋਵੇ ਮੈਟਰ ਨਹੀਂ ਕਰਦਾ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਦਾ ਅਰਥ ਕੀ ਹੈ? ਵੀ ਇਹ ਚਾਹਣਾ ਨਹੀਂ, ਅਸੀਂ ਚਾਹੁੰਦੇ ਨਹੀਂ, ਪਰ ਇਹ ਨੈਸੈਸਿਟੀ ਹੈਗੀ ਹੈ। ਅਸੀਂ ਜੰਗ ਲੜਨਾ ਚਾਹੁੰਦੇ ਨਹੀਂ ਲੜਨਾ ਚਾਹੁੰਦੇ, ਪਰ ਜੰਗ ਨੈਸੈਸਿਟੀ ਹੈ, ਜੰਗ ਨੈਸੈਸਿਟੀ ਹੋ ਸਕਦੀ ਹੈ, ਉਹ ਲੜਨੀ ਪੈ ਸਕਦੀ ਹੈ। ਸੋ ਇਹ ਮੈਟਰ ਨਹੀਂ ਕਰਦਾ ਵੀ ਤੁਸੀਂ ਕੀ ਚਾਹ ਰਹੇ ਹੋ ਅੱਜ ਦੀ ਡੇਟ 'ਚ। ਤੁਸੀਂ ਬ੍ਰਹਮੰਡ ਤੇ ਰਾਜ ਕਰਨਾ ਚਾਹੁੰਦੇ, ਵੈਲ ਐਂਡ ਗੁੱਡ ਹੈ, ਠੀਕ ਹੈ, ਤੁਹਾਡਾ ਥਾਟ ਵਧੀਆ, ਤੁਸੀਂ ਬ੍ਰਹਮੰਡ ਤੇ ਰਾਜ ਕਰਨਾ ਚਾਹੁੰਦੇ ਜੋ ਕਰਨਾ ਚਾਹੀਦਾ, ਪਰ ਤੁਸੀਂ ਸਿੱਧੇ ਬ੍ਰਹਮੰਡ ਤੇ ਕਿਵੇਂ ਕਬਜ਼ੇ ਹੋ ਜਾਓਗੇ? ਇਹ ਤਾਂ ਨੇਚਰ ਦੇ ਲਾ ਦੇ ਬੜਾ ਉਲਟਾ ਹੈ ਗੱਲ ਜਿਹੜੀ ਤੁਸੀਂ ਕੀਤੀ। ਮੈਂ ਨਹੀਂ ਕਹਿੰਦਾ ਤੁਸੀਂ ਕੀਤੀ, ਮੈਂ ਕਹਿੰਦਾ ਜਿਹੜੀ ਇਹ ਗੱਲ ਫਲੋਟ ਵੀ ਕਰਦੀ ਹੈ ਇੱਧਰ ਉੱਧਰ, ਇਹ ਨੈਚੁਰਲ ਵੀ ਨਹੀਂ ਹੈਗੀ। ਵੀ ਤੁਸੀਂ ਪਿੰਡ ਦੀ ਸਰਪੰਚੀ ਕਰਨ ਦੇ ਕਾਬਿਲ ਨਾ ਹੋਵੇ ਤਾਂ ਤੁਸੀਂ ਕਹੀ ਜਾਓ ਨਹੀਂ ਅਸੀਂ ਰਾਜ ਬ੍ਰਹਮੰਡ ਤੇ ਕਰਨਾ, ਤੇ ਤੁਹਾਡੇ ਸਿਰ ਛਿੱਤਰ ਪੈ ਰਹੇ ਹੋਣੇ ਮੌਕੇ ਦੇ ਉੱਤੇ। ਇਹ ਥਾਟ ਤੁਹਾਡੇ ਜੈਨੋਸਾਈਡ ਦਾ ਹਿੱਸਾ ਬਣ ਰਿਹਾ। ਤੁਸੀਂ ਮਤਲਬ ਜਿਵੇਂ ਕਹਿੰਦੇ ਨੇ ਵੀ ਆਪ ਖੂਹ ਛਾਲ ਮਾਰਨ ਵਾਲੀ ਗੱਲ ਹੈ, ਉਹ ਕੰਮ ਕੀਤਾ ਜਾ ਰਿਹਾ ਵੀ ਤੁਸੀਂ ਇੰਨੇ ਪ੍ਰਪੇਅਰਡ ਨਹੀਂ ਹੈਗੇ ਵੀ ਤੁਸੀਂ ਇੱਕ ਡਿਸਟ੍ਰਿਕਟ ਤੇ ਰਾਜ ਕਰ ਸਕੋ ਅੱਜ ਦੀ ਡੇਟ ਦੇ ਵਿੱਚ। ਤੇ ਤੁਸੀਂ ਕਹੋ ਵੀ ਅਸੀਂ ਡਿਸਟ੍ਰਿਕਟ ਦੇ ਕਰਕੇ ਕੀ ਕਰਨਾ, ਅਸੀਂ ਨਾ ਜਿਹੜਾ ਵਾ ਦੁਨੀਆ ਤੇ ਕਰਾਂਗੇ, ਬ੍ਰਹਮੰਡ ਤੇ ਕਰਾਂਗੇ। ਸੋ ਇਹ ਥੋੜਾ ਜਿਹਾ ਨਾ ਰਿਐਲਿਟੀ ਨੂੰ ਵੀ ਫੇਸ ਕਰੀਏ। ਵੈਸੇ ਤਾਂ ਜਗ ਰਚਨਾ ਸਾਰਾ ਕੁਝ ਝੂਠ ਹੈ, ਸੰਸਾਰ ਸਾਰਾ ਤਾਂ ਤੁਹਾਡੀ ਗੱਲ ਹਾਂ ਬਿਲਕੁਲ ਠੀਕ ਹੈ। ਵੈਸੇ ਚਾਹੀਦਾ ਤਾਂ ਐਵੇਂ ਹੀ ਆ, ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਹਾਂ, ਬਟ ਕਈ ਵਾਰ ਇਮੋਸ਼ਨਲੀ ਅਸੀਂ ਸੋਚ ਲੈਂਦੇ ਵੀ ਨਹੀਂ ਉੱਦਾਂ ਹੋ ਸਕਦਾ। ਨਹੀਂ, ਉਹ ਆਪਾਂ escape ਕਰਦੇ ਹਾਂ। ਦੇਖੋ ਜਿਹੜਾ ਬੰਦਾ ਇਹ ਕਹਿੰਦਾ ਨਾ ਵੀ ਬ੍ਰਹਮੰਡ, ਉਹ ਬੰਦਾ ਅਸਲ ਦੇ ਵਿੱਚ ਲੜਾਈ ਤੋਂ ਭੱਜ ਰਿਹਾ। ਮੈਂ ਤੁਹਾਡੀ ਗੱਲ ਨਹੀਂ ਕਰਦਾ, ਮੈਂ ਵੈਸੇ ਜਨਰਲੀ ਗੱਲ ਕਰਦਾ, ਕਿਉਂਕਿ ਤੁਸੀਂ ਜਦੋਂ ਲੜਾਈ ਤੋਂ ਭੱਜਦੇ ਜੋ ਤੁਸੀਂ ਇੱਕ ਵੱਡਾ ਵਿਜ਼ਨ ਖੜਾ ਕਰਦੇ ਜੋ, ਕਿਉਂਕਿ ਤੁਸੀਂ ਛੋਟੀ ਜੰਗ ਜਿੱਤ ਨਹੀਂ ਪਾ ਰਹੇ। ਹੁਣ ਉਹ ਜੇ ਤੁਸੀਂ ਇਹ ਮੰਨ ਲਓ ਵੀ ਤੁਹਾਡਾ ਮਕਸਦ ਬ੍ਰਹਮੰਡੀ ਰਾਜ ਦਾ ਨਾ ਹੋਵੇ, ਸਿਰਫ ਅੰਮ੍ਰਿਤਸਰ ਦੇ ਉੱਤੇ ਰਾਜ ਕਰਨ ਦਾ ਹੋਵੇ, ਤੇ ਫਿਰ ਤੁਸੀਂ ਭੱਜੋਗੇ ਕੀ ਹੋਵੇ? ਤੁਸੀਂ ਕਹੋਗੇ ਵੀ ਨਹੀਂ ਮੈਂ ਅੰਮ੍ਰਿਤਸਰ ਤੇ ਰਾਜ ਨਹੀਂ ਕਰਨਾ, ਮੈਂ ਪੂਰੇ ਇੰਡੀਆ ਤੇ ਰਾਜ ਕਰੂੰਗਾ। ਪਰ ਜੇ ਕੋਈ ਸਵਾਲ ਕਰੇ ਵੈਲੀ ਤੇ ਕਰਕੇ ਵਿਖਾ ਮਾੜਾ ਮੋਟਾ। ਇਸ ਕਰਕੇ ਜਿੱਦਣ ਮਹਾਰਾਜਾ ਰਣਜੀਤ ਸਿੰਘ 19 ਸਾਲ ਦਾ ਸੀ ਨਾ, ਉਹਨੇ ਲਾਹੌਰ ਤੇ ਕਬਜ਼ਾ ਕਰ ਲਿਆ। ਕਬਜ਼ਾ ਕਰਕੇ ਉਹਨੇ ਖਾਲਸੇ ਰਾਜ ਦੀ ਸਥਾਪਨਾ ਕੀਤੀ ਲਾਹੌਰ ਦੇ ਉੱਤੇ। ਫਿਰ ਉਹ ਵਧਿਆ ਪਰੇ ਨੂੰ ਤੇ ਉਰੇ ਨੂੰ।
ਫਿਰ ਉਹਦੀਆਂ ਪਲੈਨਿੰਗਾਂ ਬਣੀਆਂ, ਫਿਰ ਉਹਦੇ ਕੋਲ ਰਿਸੋਰਸਸ ਆਏ, ਫਿਰ ਉਹਦੇ ਕੋਲ ਬੰਦੇ ਆਏ। ਜੇ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਰਾਜ ਨਾ ਹੁੰਦਾ, ਹਰੀ ਸਿੰਘ ਨਲੂਆ ਉਹਦੇ ਕੋਲ ਕਿੱਦਾਂ ਆ ਜਾਂਦਾ? ਜੇ ਉਹਦੇ ਕੋਲ ਰਾਜ ਨਾ ਹੁੰਦਾ ਤੇ ਉਹ ਫਿਰ ਐਕਸਪੈਂਸ਼ਨ ਜਿਹੜਾ ਹੈ ਨਾ ਦੁਨੀਆ ਦੇ ਉੱਤੇ, ਐਗਜ਼ਿਸਟੈਂਸ ਤੋਂ ਬਿਨਾਂ ਐਕਸਪੈਂਸ਼ਨ ਨਹੀਂ ਹੋ ਸਕਦਾ। ਮਤਲਬ ਇਹ ਇੱਕ ਜਿਹੜਾ ਨਾ ਸਾਇੰਸ ਵੀ ਇੱਥੇ ਕੰਟਰਾਡਿਕਟਰੀ ਹੈ। ਬਿਗ ਬੈਂਗ ਥਿਊਰੀ ਦੀ ਆਪਾਂ ਗੱਲ ਬੜੀ ਦੂਰ ਚੱਲ ਜਾਣੀ ਹੈ। ਉਹ ਕਹਿੰਦੇ ਵੀ ਐਕਸਪੈਂਡ ਹੋਇਆ, ਬਿਗ ਬੈਂਗ ਥਿਊਰੀ ਹੋਈ ਹੈ ਤੇ ਪਸਾਰਾ ਹੋ ਗਿਆ। ਹੁਣ ਸਵਾਲ ਇਹ ਆ ਵੀ ਐਗਜ਼ਿਸਟੈਂਸ ਨਹੀਂ, ਉਹ ਪਹਿਲੇ ਮੰਨਦੇ ਨਹੀਂ ਪਰਮਾਤਮਾ ਦੀ ਐਗਜ਼ਿਸਟੈਂਸ ਹੈਗੀ, ਉਹ ਕਹਿੰਦੇ ਐਕਸਪੈਂਸ਼ਨ ਹੋ ਗਿਆ। ਐਗਜ਼ਿਸਟੈਂਸ ਨਹੀਂ ਹੈਗੀ ਤੇ ਐਕਸਪੈਂਸ਼ਨ ਕਿਵੇਂ ਹੋ ਗਿਆ? ਅਣਹੋਂਦ ਤੋਂ ਹੋਂਦ ਦਾ ਹੋਣਾ ਕਿਵੇਂ ਪੋਸੀਬਲ ਹੈ? ਪ੍ਰੋਬਲਮ ਇਹ ਹੈ ਵੀ ਅਸੀਂ ਜਿਹੜੀ ਗੱਲ ਹੈ ਨਾ, ਅਸੀਂ ਨਹੀਂ ਗੱਲ ਕਰਨੀ। ਪਿਛਲੇ ਇਹ 50 ਜਾਂ 100 ਸਾਲ ਦੇ ਵਿੱਚ ਥਾਟ ਆਇਆ। ਪਹਿਲਾਂ ਇਹ ਸੀ ਵੀ ਸਿੱਖ ਰਾਜ ਕਰਨ ਦੇ ਕਾਬਿਲ ਨਹੀਂ ਹੈਗੇ, ਸਿੱਖ ਰਾਜ ਲੈ ਸਕਦੇ, ਕਰ ਨਹੀਂ ਸਕਦੇ। ਇਹ ਬੜਾ ਪਾਪੂਲਰ ਹੋਇਆ ਥਾਟ। ਸਿੱਖਾਂ ਨੇ ਇਹ ਗੱਲ ਆਮ ਕਹਿਣੀ ਸ਼ੁਰੂ ਕਰ ਦਿੱਤੀ ਆਪਣੇ ਘਰਾਂ ਦੇ ਵਿੱਚ ਵੀ ਸਿੱਖਾਂ ਦਾ ਰਾਜ ਲੈ ਸਕਦੇ। ਮਿਸਟਰ ਸਿੰਘ ਵੀਰੇ, ਆਪਣੇ ਕੋਲ ਸਮਾਂ ਹੈ, ਟੌਪਿਕ ਬਹੁਤ ਜ਼ਿਆਦਾ ਨੇ, ਸਪੀਕਰ ਵੀ ਬਹੁਤ ਜ਼ਿਆਦਾ ਨੇ ਜਿਹੜੇ ਹੋਰ ਵੀ ਕੁਐਸਚਨ ਕਰਨਾ ਚਾਹੁੰਦੇ ਨੇ। ਮੇਰੀ ਬੇਨਤੀ ਇਹ ਆ ਕਿ ਆਪਾਂ ਉਹਨਾਂ ਦੇ ਵੀ ਕੁਐਸਚਨ ਰੱਖ ਕੇ ਆਪਾਂ ਜਲਦੀ ਬਾਕੀ ਟੌਪਿਕ ਵੱਲ